ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪੁ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ ਮੁਖ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਹਮੇ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਹਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ ਗੁਰ ਨਵਨਿਧ ਦਰਿਆਉ ਜਨਮ ਹਮ ਕਾਲਖ ਧੋਵੈ ਸੋ ਕਹੂ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਨਾਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਹੋ ਕਹਾ ਆਪਣੀ ਅਦਮਾਈ, ਉਰਜਿਓ ਕਨਕ ਕਾਮਨੀ ਕੇ ਰਸ, ਨਹਿ ਕੀਰਤ ਪ੍ਰਭ ਗਾਈ।
ਕਹੋ ਕਹਾ ਆਪਣੀ ਅਦਮਾਈ। ਉਰਜਿਓ ਕਨਕ ਕਾਮਨੀ ਕੇ ਰਸ, ਨਹਿ ਕੀਰਤ ਪ੍ਰਭ ਗਾਈ। ਰਹਾਉ ਜਗ ਝੂਠੇ ਕਉ ਸਾਚ ਜਾਨ ਕੈ, ਤਾਸਿਓ ਰੁਚ ਉਪਜਾਈ। ਦੀਨ ਬੰਦ ਸਿਮਰਿਓ ਨਹੀਂ ਕਬਹੂ, ਹੋਤ ਜੋ ਸੰਗ ਸਹਾਈ। ਮਗਨ ਰਹਿਓ ਮਾਇਆ ਮੈਂ ਨਿਸ ਦਿਨ, ਛੁੱਟੀ ਨਾ ਮਨ ਕੀ ਕਾਈ। ਕਹਿ ਨਾਨਕ ਅਬ ਨਾਹਿ ਅਨਤ ਗਤ, ਬਿਨ ਹਰਿ ਕੀ ਸਰਨਾਈ। ਮਗਨ ਰਹਿਓ ਮਾਇਆ ਮੈਂ ਨਿਸ ਦਿਨ, ਛੁੱਟੀ ਨਾ ਮਨ ਕੀ ਕਾਈ। ਕਹਿ ਨਾਨਕ ਅਬ ਨਾਹਿ ਅਨਤ ਗਤ, ਬਿਨ ਹਰਿ ਕੀ ਸਰਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਤਖਤ ਚਾਬਰ ਛਤਰ ਦੇ ਮਾਲਕ, ਜਗ ਦੀ ਜੋਤ, 10 ਪਾਤਸ਼ਾਹੀਆਂ ਦੇ ਆਤਮਕ ਸਵਰੂਪ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਦਇਆ ਸਦਕਾ ਸਤਸੰਗਤ ਦੀਆਂ ਇਸ ਭਾਗ ਘੜੀਆਂ ਆਪਾਂ ਨੂੰ ਪ੍ਰਾਪਤ ਹੋਈਆਂ ਹਨ। ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੀ ਕਥਾ ਆਪ ਪਿਆਰ ਸ਼ਰਧਾ ਨਾਲ ਸਰਵਣ ਕਰਦੇ ਹੋ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਨੇ ਆਪਣੇ ਸ਼੍ਰੀ ਕੰਠ ਤੋਂ ਬੈਰਾਗਮਈ ਉਪਦੇਸ਼ ਬਖਸ਼ਿਸ਼ ਕੀਤਾ ਏ। ਸਤਿਗੁਰੂ ਜੀ ਦੇ ਉਚਾਰਨ ਕੀਤੇ ਹੋਏ ਪਾਵਨ ਉਪਦੇਸ਼ ਅੰਦਰ ਐਸੀ ਸ਼ਕਤੀ ਹੈ ਕਿ ਪ੍ਰਾਣੀ ਮਾਤਰ ਦਾ ਝੂਠੇ ਸੰਸਾਰ ਨਾਲੋਂ ਨੇ ਟੁੱਟਦਾ ਏ। ਵਕਾਰਾਂ ਦਾ ਰਸ ਛੁੱਟਦਾ ਏ। ਵਾਹਿਗੁਰੂ ਨਾਲ ਪ੍ਰੇਮ ਪੈਦਾ ਕਰਦੀ ਹੈ ਸਤਿਗੁਰੂ ਦੀ ਅੰਮ੍ਰਿਤ ਬਾਣੀ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਪਾਵਨ ਸ਼ਬਦਾਂ ਦੀ ਲੜੀਵਾਰ ਕਥਾ ਆਪ ਸਰਵਣ ਕਰਦੇ ਆ ਰਹੇ ਹੋ। ਹੁਣ ਰਾਗ ਟੋਡੀ ਵਿੱਚ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇੱਕ ਸ਼ਬਦ, ਜਿਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ, ਇਸ ਦੀ ਕਥਾ ਅੱਜ ਹੋਵੇਗੀ। ਇਹ ਜੂਨ ਦਾ ਮਹੀਨਾ ਪ੍ਰਾਰੰਭ ਹੋਇਆ ਏ। ਜੂਨ 1984 ਘੱਲੂਘਾਰਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਉੱਪਰ ਜ਼ਾਲਮ ਹਕੂਮਤ ਨੇ ਫੌਜਾਂ ਚਾੜ ਕਰਕੇ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪਾਵਨ ਅਸਥਾਨ ਦੀ ਬੇਅਦਬੀ ਕਰਨੀ ਚਾਹੀ। ਸਿੱਖਾਂ ਨੂੰ ਨਾਸ਼ ਕਰਨ ਦਾ ਇਰਾਦਾ ਬਣਾਇਆ। ਸਿੱਖਾਂ ਦੀ ਨਸਲਕੁਸ਼ੀ ਕਰਨ ਦਾ ਇਰਾਦਾ ਬਣਾਇਆ। ਉਹ ਦਿਹਾੜਾ ਸਾਲ ਦੇ ਵਿੱਚ ਜਦੋਂ ਇਹ ਦਿਨ ਆਉਂਦੇ ਹੈ, ਉਹ ਜ਼ਖਮ ਫਿਰ ਰਿਸਣ ਲੱਗ ਜਾਂਦੇ ਹੈ। ਭਾਵੇਂ ਕਿ ਹਕੂਮਤਾਂ ਸਮੇਂ ਸਿਰ ਇਹ ਜ਼ੋਰ ਲਾਉਂਦੀਆਂ ਰਹੀਆਂ ਕਿ ਇਸ ਚੀਜ਼ ਨੂੰ ਸਿੱਖ ਕੌਮ ਹੁਣ ਭੁੱਲ ਜਾਵੇ, ਅਤੇ ਜੇ ਉਸ ਸਮੇਂ ਦੇ ਹਾਲਾਤ ਸਨ, ਉਹਨਾਂ ਹਾਲਾਤਾਂ ਨੂੰ ਛੁਪਾ ਦਿੱਤਾ ਜਾਵੇ, ਕਿਉਂਕਿ
ਜਦੋਂ ਹਕੂਮਤ ਹੁੰਦੀ ਹੈ, ਹੱਥ ਵਿੱਚ ਜ਼ੋਰ ਹੁੰਦਾ ਹੈ, ਯਤਨ ਕਰਦੇ ਹੈ ਕਿ ਸੱਚ ਨੂੰ ਖੁਰਦ-ਬੁਰਦ ਕਰ ਦਿੱਤਾ ਜਾਵੇ। ਜਿਨ੍ਹਾਂ ਨੇ ਸੱਚ ਦੇ ਉੱਤੇ ਪਹਿਰਾ ਦੇ ਕਰਕੇ ਧਰਮ ਲਈ, ਆਪਣੀ ਅਣਖ ਲਈ ਸ਼ਹਾਦਤਾਂ ਦਿੱਤੀਆਂ, ਉਹਨਾਂ ਦੇ ਚਿਹਰੇ ਜਿਹੜੇ ਹੈ ਉਹ ਖਰਾਬ ਕਰ ਦਿੱਤੇ ਜਾਣ, ਉਹਨਾਂ ਦੀ ਛਵੀ ਨੂੰ ਖਰਾਬ ਕਰ ਦਿੱਤਾ ਜਾਵੇ। ਅਤੇ ਬਹੁਤ ਹੱਦ ਤੱਕ ਉਹ ਸਮਝਦੇ ਵੀ ਹੈ ਕਿ ਸਾਨੂੰ ਬੜੀ ਸਫਲਤਾ ਮਿਲੀ ਹੈ। ਪਰ ਇਹਨਾਂ ਹਕੂਮਤਾਂ ਤੋਂ ਉੱਤੇ ਵਾਹਿਗੁਰੂ ਦੀ ਹਕੂਮਤ ਹੁੰਦੀ ਹੈ, ਰੱਬੀ ਹਕੂਮਤ। ਉਸ ਹਕੂਮਤ ਦਾ ਨਿਆਂ ਹੈ ਕਿ ਸੱਚ ਦੇ ਬਰਾਬਰ ਕੋਈ ਵੀ ਚੀਜ਼ ਨਹੀਂ ਪਹੁੰਚ ਸਕਦੀ। ਕੋਈ ਸੰਸਾਰ ਦੀ ਤਾਕਤ ਜਿੰਨਾ ਮਰਜ਼ੀ ਜ਼ੋਰ ਲਾ ਲਵੇ, ਜਿਨ੍ਹਾਂ ਨੇ ਸੱਚ ਦਾ ਪੱਲਾ ਪਕੜਿਆ, ਜਿਨ੍ਹਾਂ ਨੇ ਸੱਚ ਨੂੰ ਗ੍ਰਹਿਣ ਕੀਤਾ, ਉਹਨਾਂ ਦੇ ਇੱਥੇ ਵੀ ਮੁੱਖ ਉਜਲੇ ਹੁੰਦੇ ਹੈ, ਪਰਲੋਕ ਵਿੱਚ ਵੀ ਉਹਨਾਂ ਦੇ ਮੁੱਖ ਉਜਲੇ ਹੁੰਦੇ ਹੈ। ਉਹਨਾਂ ਦੇ ਸਵਰੂਪ ਨੂੰ, ਉਹਨਾਂ ਦੇ ਅਕਸ਼ ਨੂੰ ਭਾਵੇਂ ਵਿਗਾੜਨ ਦਾ ਯਤਨ ਹਕੂਮਤਾਂ ਨੇ, ਜ਼ਾਲਮਾਂ ਨੇ ਬੜਾ ਕੀਤਾ, ਪਰ ਫਿਰ ਵੀ ਜਦੋਂ ਸਮਾਂ ਸੁਖਾਵਾਂ ਆਉਂਦਾ ਹੈ, ਉਹਨਾਂ ਦੀ ਛਵੀ ਜਦੋਂ ਸੰਸਾਰ ਦੇ ਸਾਹਮਣੇ ਆਉਂਦੀ ਹੈ, ਸੰਸਾਰ ਦੇ ਲੋਕ ਉਹਨਾਂ ਦੀ ਪੂਜਾ ਕਰਦੇ ਹੈ, ਉਹਨਾਂ ਨੂੰ ਨਮਸਕਾਰਾਂ ਕਰਦੇ ਹੈ। ਇਹ ਘੱਲੂਘਾਰੇ ਦੇ ਦਿਨ 6 ਜੂਨ ਤੱਕ ਆਪਾਂ ਟੂਕ ਮਾਤਰ ਥੋੜ੍ਹਾ ਜੋ ਹੈ ਇਤਿਹਾਸ ਸਰਵਣ ਕਰਿਆ ਕਰਾਂਗੇ। ਜੋ ਮਰ ਜੀਵੜਿਆਂ ਨੇ ਆਪਣਾ ਖੂਨ ਡੋਲ ਕਰਕੇ ਐਸਾ ਗੌਰਵਮਈ ਇਤਿਹਾਸ ਸਿਰਜਿਆ ਹੈ। ਇਹ ਘੱਲੂਘਾਰੇ ਦੇ ਹਾਲਾਤ ਕਿਹੋ ਜਿਹੇ ਸਨ। ਸਰਕਾਰ ਨੇ ਜੋ ਆਪਣੀ ਮਨਸ਼ਾ ਸੀ, ਜੋ ਆਪਣੇ ਇਰਾਦੇ ਸਨ, ਉਹ ਹਿੰਦੁਸਤਾਨ ਦੇ ਆਵਾਮ ਨੂੰ ਕੀ ਕਹਿ ਕੇ ਦਰਬਾਰ ਸਾਹਿਬ ਦੇ ਉੱਪਰ ਹਮਲਾ ਕੀਤਾ। ਪਰ ਹਿੰਦੁਸਤਾਨ ਦੇ ਆਵਾਮ ਨੂੰ ਜੋ ਕੁਝ ਕਿਹਾ ਜਾ ਰਿਹਾ ਸੀ, ਬਿਲਕੁਲ ਉਸ ਦੇ ਉਲਟ ਸੱਚਾਈ ਕੁਝ ਹੋਰ ਹੈ। ਅਤੇ ਪ੍ਰਜਾ ਨੂੰ, ਆਵਾਮ ਨੂੰ ਚਿਹਰਾ ਕੁਝ ਹੋਰ ਦਿਖਾਇਆ ਜਾ ਰਿਹਾ ਸੀ। ਇਹੀ ਕਾਰਨ ਹਨ ਕਿ ਹਿੰਦੁਸਤਾਨ ਦੇ ਵਾਸੀ ਅੱਜ ਵੀ ਸਿੱਖਾਂ ਨੂੰ ਵੱਖਵਾਦੀ ਅਤੇ ਅੱਤਵਾਦੀ ਸਮਝਦੇ ਹੈ। ਪਰ ਹਾਲਾਤ ਕਦੋਂ ਗੇੜਾ ਖਾ ਜਾਂਦੇ ਹੈ, ਇਸ ਦੀ ਬਾਬਤ ਕਿਸੇ ਨੂੰ ਕੁਝ ਨਹੀਂ ਪਤਾ। ਹੁਣ ਦੇ ਹਾਲਾਤਾਂ ਨਾਲ ਵੀ ਜਿਨ੍ਹਾਂ ਦੇ ਹੱਥ ਵਿੱਚ ਸਰਕਾਰ ਹੈ, ਜਨਤਾ ਦੇ ਪ੍ਰਤੀ ਕਿੰਨੇ ਕੁ ਵਫਾਦਾਰ ਹਨ, ਆਵਾਮ ਦਾ ਕਿੰਨਾ ਕੁ ਭਲਾ ਸੋਚਦੇ ਹੈ, ਉਹ ਤਕਰੀਬਨ ਉਹਨਾਂ ਦਾ ਚਿਹਰਾ ਹੁਣ ਜਿਹੜਾ ਹੈ ਹਿੰਦੁਸਤਾਨ ਦੇ ਵਾਸੀਆਂ ਦੇ ਸਾਹਮਣੇ ਨੰਗਾ ਹੋ ਰਿਹਾ। ਕਿਉਂਕਿ ਹਰੇਕ ਦੇ ਕੋਲ ਇੰਨਾ ਸਮਾਂ ਨਹੀਂ ਕਿ ਉਹ ਆਪਣੇ ਇਤਿਹਾਸ ਨੂੰ ਵਾਚ ਸਕੇ। ਜੋ ਕੁਝ ਇੱਥੇ ਹੋਇਆ, ਵਾਪਰਿਆ, ਉਹਦੀ ਸੱਚਾਈ ਤੱਕ ਪਹੁੰਚ ਸਕੇ। ਸੋ ਜਦੋਂ ਸੰਸਾਰ ਦੇ ਅੰਦਰ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਨੇ, ਉਸ ਸਮੇਂ ਜਿਹੜੇ ਛੁਪੇ ਹੋਏ ਚਿਹਰੇ ਹੁੰਦੇ ਹੈ, ਉਹ ਫਿਰ ਆਪਣੇ ਆਪ ਹੀ ਬਾਹਰ ਆ ਜਾਂਦੇ ਆ, ਪ੍ਰਤੱਖ ਹੋ ਜਾਂਦੇ ਹੈ। ਜਦੋਂ ਇਹਨਾਂ ਵਿੱਚੋਂ ਕੋਈ ਵੀ ਪ੍ਰਾਣੀ ਸੱਚਾਈ ਤੱਕ ਪਹੁੰਚਣ ਦਾ ਯਤਨ ਕਰਦਾ ਨਾ, ਤਾਂ ਜਦੋਂ ਉਹਨੂੰ ਤੱਥ ਮਿਲਦੇ ਹੈ ਅਤੇ ਉਹ ਹੈਰਾਨ ਹੋ ਜਾਂਦਾ ਹੈ ਕਿ ਸਰਕਾਰ, ਹਕੂਮਤ ਕੀ ਦੱਸ ਰਹੀ ਸੀ ਅਤੇ ਸੱਚਾਈ ਬਿਲਕੁਲ ਉਸ ਦੇ ਉਲਟ ਹੈ।
ਕਦੇ ਵੀ ਹਕੂਮਤਾਂ ਆਪਣੀ ਗਲਤੀ ਨਹੀਂ ਮੰਨਦੀਆਂ। ਖਾਸ ਕਰਕੇ ਇਹ ਭਾਰਤ ਦੇਸ਼ ਦੀ ਹਕੂਮਤ ਨੇ ਤਾਂ ਅਜੇ ਤੱਕ ਵੀ ਕਿੰਨੀਆਂ ਬਦਲ ਗਈਆਂ, ਕਦੇ ਆਪਣੀ ਗਲਤੀ ਤੱਕ ਨਹੀਂ ਮੰਨੀ। ਜਦੋਂ ਕਿ ਸਰਾਸਰ ਇਹਨਾਂ ਨੇ ਸਿੱਖਾਂ ਦੇ ਉੱਤੇ ਨਸਲਕੁਸ਼ੀ ਵਾਸਤੇ ਹਮਲਾ ਕੀਤਾ। ਇਹ ਬਹੁਤ ਸਾਰੇ ਜਿਹੜੇ ਹੈ ਦਸਤਾਵੇਜ਼ ਵੀ ਬੋਲਦੇ ਹੈ ਕਿ ਇਹਨਾਂ ਦੀ ਕੀ ਮਨਸ਼ਾ ਸੀਗੀ। ਜਦੋਂ ਸ੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਦਮਦਮੀ ਟਕਸਾਲ ਦੇ ਮੁਖੀ ਵਜੋਂ ਮਹਾਂਪੁਰਖ ਸੇਵਾ ਕਰ ਰਹੇ ਸਨ, ਉਸ ਸਮੇਂ ਸਰਕਾਰ ਦੀਆਂ ਹਕੂਮਤ ਦੀਆਂ ਨੀਤੀਆਂ ਐਸੀਆਂ ਸਨ ਜਿਨ੍ਹਾਂ ਦਾ ਇਹ ਸਿੱਧਾ ਹੀ ਮਨਸ਼ਾ ਪ੍ਰਗਟ ਹੁੰਦੀ ਸੀ ਕਿ ਸਿੱਖਾਂ ਦੀ ਆਬਾਦੀ ਨੂੰ ਰੋਕਿਆ ਜਾ ਸਕੇ, ਸਿੱਖਾਂ ਦੇ ਨਿਆਰੇਪਣ ਨੂੰ ਗੰਧਲਾ ਕੀਤਾ ਜਾ ਸਕੇ। ਅਤੇ ਬਹੁਤ ਸਾਰੇ ਇਹੋ ਜਿਹੇ ਜਿਹੜੇ ਸਿੱਖ ਨੌਜਵਾਨ ਉਹ ਗੁੰਮਰਾਹ ਹੋ ਚੁੱਕੇ ਸਨ। ਸਿੱਖੀ ਦਾ ਗੜ੍ਹ ਮੰਨੇ ਜਾਂਦੇ ਇਲਾਕੇ ਜਿਨ੍ਹਾਂ ਵਿੱਚ ਬਹੁਤ ਭਾਰੀ ਸਿੱਖ ਨੌਜਵਾਨ ਭੁੱਲ ਕੇ ਰਾਹ ਤੋਂ, ਸਿੱਖੀ ਦੇ ਰਾਹ ਤੋਂ ਕੇਸਾਂ ਦੀ ਬੇਅਦਬੀ ਕਰਨ ਲੱਗ ਗਏ, ਨਸ਼ਿਆਂ ਦਾ ਸੇਵਨ ਕਰਨ ਲੱਗ ਗਏ। ਸਰਕਾਰ ਦੀਆਂ ਬਣਾਈਆਂ ਹੋਈਆਂ ਨੀਤੀਆਂ ਕਿ ਹਮ ਦੋ ਹਮਾਰੇ ਦੋ, ਏਕ ਹੀ ਕਾਫੀ ਹੋਰ ਤੋਂ ਮਾਫੀ, ਇਹੋ ਜਿਹੇ ਨਾਅਰੇ ਬੱਸਾਂ 'ਤੇ ਲਿਖੇ ਹੋਏ ਸਨ। ਹੋਰਨਾਂ ਥਾਵਾਂ 'ਤੇ, ਜਨਤਕ ਥਾਵਾਂ 'ਤੇ ਪੰਜਾਬ ਦੇ ਅੰਦਰ ਹੀ ਫਿਰ ਨਸ਼ਿਆਂ ਦਾ ਦਰਿਆ ਵਗਾਉਣਾ, ਅਸ਼ਲੀਲਤਾ ਦਾ ਫੈਲਾਅ ਕਰਨਾ, ਨੌਜਵਾਨੀ ਤੋਂ ਮੁੱਢ ਤੋਂ ਹੀ ਖਤਮ ਕਰਨ ਲਈ ਇਹ ਚੀਜ਼ਾਂ, ਇਹ ਕਦਮ ਜ਼ਾਲਮ ਹਕੂਮਤ ਨੇ ਪੁੱਟੇ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਖਾਂ ਨੇ ਬਹੁਤ ਭਾਰੀ ਡਟ ਕੇ ਇਹ ਜਿਹੜੇ ਗੁਰਮਤਿ ਵਿਰੋਧੀ ਇਹਨਾਂ ਦੀਆਂ ਸਕੀਮਾਂ ਸਨ ਉਹਨਾਂ ਦਾ ਵਿਰੋਧ ਕੀਤਾ ਅਤੇ ਸਿੱਖ ਕੌਮ ਨੂੰ ਸੁੱਤੀ ਪਈ ਨੂੰ ਜਗਾ ਦਿੱਤਾ ਕਿ ਤੁਹਾਡੇ ਘਰ 'ਤੇ ਡਾਕਾ ਪੈਣ ਵਾਲਾ ਹੈ। ਮਹਾਂਪੁਰਖਾਂ ਨੇ ਸਾਰੀ ਕੌਮ ਨੂੰ ਸਿੱਖੀ ਜਜ਼ਬੇ ਦੇ ਅੰਦਰ ਭਰ ਦਿੱਤਾ ਸੀਗਾ ਅਤੇ ਇਹ ਉਹਨਾਂ ਨੇ ਆਵਾਜ਼ ਦਿੱਤੀ ਸੀ ਕਿ ਸਿਰ ਜਾਵੇ ਤਾਂ ਜਾਵੇ, ਸਾਡਾ ਸਿੱਖੀ ਸਿਦਕ ਨਾ ਜਾਵੇ। ਸੱਚੇ ਪਾਤਸ਼ਾਹ ਜੀ ਦੀਆਂ, ਮਹਾਰਾਜ ਦੀਆਂ ਦਿੱਤੀਆਂ ਹੋਈਆਂ ਕੁਰਬਾਨੀਆਂ, ਸਾਹਿਬਜ਼ਾਦਿਆਂ ਦੀ ਸ਼ਹਾਦਤ, ਚਮਕੌਰ ਸਾਹਿਬ ਦਾ ਸਾਕਾ, ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ, ਇਹ ਮਹਾਂਪੁਰਖਾਂ ਨੇ ਅੱਜ ਵੀ ਉਹਨਾਂ ਦੀਆਂ ਟੇਪ ਰਿਕਾਰਡਾਂ ਮਿਲ ਜਾਂਦੀਆਂ। ਇੰਨੇ ਵਜਦ ਵਿੱਚ ਇਹ ਸ਼ਹੀਦੀ ਸਾਕੇ ਸੁਣਾਏ ਕਿ ਜਿਹੜਾ ਕੋਈ ਸੁਣਦਾ ਸੀ ਉਹਨਾਂ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਜਾਂਦਾ ਸੀ। ਉਹਨਾਂ ਦੀ ਆਵਾਜ਼ ਵਿੱਚ ਇੰਨੀ ਕਸ਼ਿਸ਼ ਸੀ ਕਿ ਆਪ ਦੀ ਆਵਾਜ਼ ਸ਼ੇਰ ਵਰਗੀ ਗਰਜਣਾ ਸੀਗੀ। ਕੋਈ ਵੀ ਵੱਡੇ ਤੋਂ ਵੱਡਾ ਲੀਡਰ ਪ੍ਰਤਾਪ ਵੇਖ ਕੇ ਝੁਕ ਜਾਂਦਾ ਸੀ, ਐਡਾ ਜਬਾ ਸੀ ਉਹਨਾਂ ਦਾ। ਜਦੋਂ ਇਹ ਹਾਲਾਤ ਸੀਗੇ ਪੰਜਾਬ ਦੇ, ਦੇਸ਼ ਦੀ ਧਰਤੀ ਦੇ, ਕਿ ਜਿਹੜੀ ਸਿੱਖੀ ਦੀ ਬੇੜੀ ਸੀ ਉਹਨੂੰ ਇਹੋ ਜਿਹੀਆਂ ਆਬਸ਼ਾਵਾਂ ਟਕਰਾਉਣ ਲੱਗੀਆਂ ਜੋ ਸਿੱਖੀ ਦੇ ਬੇੜੇ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੀਆਂ ਸਨ, ਪਰ ਉਸ ਬੇੜੇ ਦੇ ਮਲਾਹ ਬਣ ਕਰਕੇ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ ਇਸ ਬੇੜੇ ਨੂੰ ਗਾਮਜਨ ਰੱਖਿਆ ਅਤੇ ਗੁਰਮਤਿ ਦੇ ਅਸੂਲਾਂ ਨੂੰ ਕਦੇ ਵੀ ਉਹਨਾਂ ਨੇ ਟੁੱਟਣ ਨਾ ਦਿੱਤਾ। ਕਦੇ ਕੋਈ ਥੋੜ੍ਹੀ ਬਹੁਤੀ ਵੀ ਜੇ ਕੋਈ ਉਹਨਾਂ ਨੇ ਊਣਤਾਈ ਵੇਖੀ ਤਾਂ ਬੜਾ ਡਟ ਕੇ ਉਸ ਗੱਲ ਦਾ ਵਿਰੋਧ ਕੀਤਾ। ਸਿੱਖਾਂ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਸ਼ਰਧਾ ਅਤੇ ਪਿਆਰ ਭਰਿਆ। ਪਖੰਡਵਾਦ ਜੋ, ਕਿਉਂਕਿ ਜਦੋਂ ਕਿਸੇ ਨੂੰ ਉਹਦੇ ਨਿਸ਼ਾਨੇ ਤੋਂ ਤੋੜਨਾ ਹੁੰਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਤੋੜਨ ਲਈ ਪਖੰਡਵਾਦ ਜਿਹੜਾ ਸੀ ਨਾ ਉਹਨੂੰ ਬਹੁਤ ਜ਼ਿਆਦਾ ਜ਼ੋਰ ਦਿੱਤਾ
ਤੇ ਸਿੱਖ ਆਪਣੇ ਸਿਧਾਂਤ ਨੂੰ ਛੱਡ ਕੇ ਗੁਰੂ ਗ੍ਰੰਥ ਸਾਹਿਬ ਨਾਲੋਂ ਟੁੱਟ ਕੇ ਸਰੀਰਾਂ ਨਾਲ ਦੇਹਾਂ ਨਾਲ ਜੁੜ ਜਾਣ। ਬੜੇ ਭੁਲੇਖੇ ਦਾ ਸ਼ਿਕਾਰ ਵੀ ਲੋਕ ਹੋਏ, ਕਿਉਂਕਿ ਜਦੋਂ ਸਰਕਾਰੀ ਤੰਤਰ ਨਾਲ ਕਿਸੇ ਚੀਜ਼ ਨੂੰ ਚਲਾਇਆ ਜਾਂਦਾ ਹੈ ਉਹਦੇ ਲਈ ਬਹੁਤ ਜ਼ਿਆਦਾ ਉਹਨਾਂ ਕੋਲ ਤਰੀਕੇ ਹਨ, ਬਹੁਤ ਜ਼ਿਆਦਾ ਇਹੋ ਜਿਹੇ ਸਾਧਨ ਹਨ ਜਿਨ੍ਹਾਂ ਕਰਕੇ ਪੈਸਾ ਪੂਰਾ ਚਲਾਇਆ ਜਾਂਦਾ ਹੈ। ਬਹੁਤ ਸਾਰੇ ਇਹੋ ਜਿਹੇ ਅਨਸਰ ਪੈਦਾ ਕੀਤੇ ਜਾਂਦੇ ਹੈ ਕਿ ਜਿਹੜੇ ਸਮਾਜ ਨੂੰ ਗੰਧਲਾ ਕਰ ਦਿੰਦੇ ਹੈ, ਅਤੇ ਫਿਰ ਇਹੋ ਜਿਹੀਆਂ ਜ਼ਾਲਮਾਨਾ ਹਰਕਤਾਂ, ਫਿਰਕਾ ਪ੍ਰਸਤੀ, ਧਰਮ ਦੇ ਨਾਂ 'ਤੇ ਫਸਾਦ, ਇਹੋ ਜਿਹੀਆਂ ਚੀਜ਼ਾਂ ਹਕੂਮਤਾਂ ਨੇ ਪੰਜਾਬ ਵਿੱਚ ਬਹੁਤਾਤ ਕਰ ਦਿੱਤੀਆਂ ਅਤੇ ਪੰਜਾਬ ਨੂੰ ਇੱਕ ਅਸ਼ਾਂਤ ਜਿਹੜਾ ਸੀ ਨਾ ਉਹ ਸੂਬਾ ਬਣਾ ਦਿੱਤਾ। ਆਵਾਮ ਦੇ ਵਿੱਚ ਵਸਣ ਵਾਲਾ ਆਮ ਸਧਾਰਨ ਮਨੁੱਖ ਵੀ ਇਹ ਸੋਚਣ ਲੱਗ ਗਿਆ ਕਿ ਇੱਥੇ ਬਹੁਤ ਜ਼ਿਆਦਾ ਖਤਰਾ ਹੈ, ਬਹੁਤ ਜ਼ਿਆਦਾ ਇਸ ਤਰ੍ਹਾਂ ਕਤਲੋ ਗਾਰਤ ਵੱਧ ਗਈ ਹੈ, ਕੋਈ ਨਿਆਂ ਨਹੀਂ ਹੁੰਦਾ। ਅਸਲ ਵਿੱਚ ਇਹ ਸਾਰਾ ਕੁਝ ਹਕੂਮਤਾਂ ਆਪ ਕਰ ਰਹੀਆਂ ਸੀਗੀਆਂ। ਅਤੇ ਜਦੋਂ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਰਾਜ ਦਾ ਸਮਾਂ ਲੰਘਦਾ ਹੈ, ਦਮਦਮੀ ਟਕਸਾਲ ਦੀ ਵਾਗਡੋਰ ਜਥੇਦਾਰੀ ਦੀ ਸੇਵਾ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਹੱਥ ਵਿੱਚ ਆਉਂਦੀ ਹੈ। ਉਸ ਸਮੇਂ ਦੇ ਹਾਲਾਤ ਕਿਸ ਤਰ੍ਹਾਂ ਇੱਕਦਮ ਗੇੜਾ ਖਾਂਦੇ ਹੈ, ਇਹਦੀ ਸ਼ੁਰੂਆਤ ਕਿਵੇਂ ਹੁੰਦੀ ਹੈ, ਇਹ ਆਪਾਂ ਰੋਜ਼ ਥੋੜ੍ਹਾ ਥੋੜ੍ਹਾ ਸਰਵਣ ਕਰਾਂਗੇ। ਅਜੋਕੇ ਸਮੇਂ ਵਿੱਚ ਵੀ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੀ ਛਵੀ ਨੂੰ ਵਿਗਾੜਨ ਦਾ ਪੂਰਾ ਯਤਨ ਕੀਤਾ ਜਾ ਰਿਹਾ ਹੈ ਅਤੇ ਉਹਦੇ ਲਈ ਏਜੰਸੀਆਂ ਬੜੇ ਹੱਥਕੰਡੇ ਵਰਤਦੀਆਂ, ਇਹੋ ਜਿਹੇ ਮਨੁੱਖਾਂ ਦੀ ਚੋਣ ਕਰਦੀਆਂ ਜਿਨ੍ਹਾਂ ਨੂੰ ਤੁਸੀਂ ਇਹ ਸੋਚ ਨਹੀਂ ਪਾਉਂਦੇ ਕਿ ਇਹ ਸਿੱਖੀ ਦੇ ਘਾਤਕ ਹਨ, ਸਿੱਖੀ ਦੇ ਵਿਰੋਧੀ ਹਨ ਜਾਂ ਸਿੱਖੀ ਦੇ ਹਿਤੈਸ਼ੀ ਹਨ। ਉਹ ਇਸ ਤਰ੍ਹਾਂ ਕੌਮ ਦੇ ਅੰਦਰ ਪ੍ਰਵੇਸ਼ ਕਰ ਜਾਂਦੇ ਹੈ, ਪਰ ਜਿਹੜੇ ਕੋਈ ਤੀਕਸ਼ਣ ਬੁੱਧੀ ਵਾਲੇ ਹੁੰਦੇ ਆ ਨਾ, ਉਹ ਗੁਰਮੁਖ ਆਤਮ ਵਿਸ਼ਾਣੀ ਬੁੱਧੀ ਵਾਲੇ ਉਹ ਪਹਿਚਾਣ ਲੈਂਦੇ ਹੈ ਕਿ ਭਾਈ ਇਹਦੇ ਕਹਿਣ ਪਿੱਛੇ ਮਨਸ਼ਾ ਕੀ ਹੈ, ਕਿਉਂਕਿ ਉਹਨਾਂ ਨੇ 99 ਗੱਲਾਂ ਗੁਰਮਤਿ ਦੀਆਂ ਦੱਸ ਕੇ ਇੱਕ ਅਖੀਰ 'ਤੇ ਜਿਹੜੀ ਹੈ ਨਾ ਉਹ ਆਪਣੀ ਮਨਮਤ ਨਾਲ ਜ਼ਰੂਰ ਦੱਸਣੀ ਹੈ। ਉਦੋਂ ਤੋਂ ਸੰਤਾਂ ਦੇ ਅਕਸ਼ ਨੂੰ ਖਰਾਬ ਕਰਨ ਵਾਸਤੇ, ਸੰਤਾਂ ਦਾ ਚਿਹਰਾ ਹਿੰਦੁਸਤਾਨ ਦੇ ਆਵਾਮ ਦੇ ਸਾਹਮਣੇ ਜਿਹੜਾ ਹੈ ਉਹ ਅੱਤਵਾਦੀ ਦੇ ਰੂਪ ਵਿੱਚ, ਵੱਖਵਾਦੀ ਦੇ ਰੂਪ ਵਿੱਚ, ਇੱਕ ਡਾਕੂ ਦੇ ਰੂਪ ਵਿੱਚ ਪੇਸ਼ ਕਰਨ ਦਾ ਬੜਾ ਕੋਝਾ ਯਤਨ ਜਿਹੜਾ ਹਕੂਮਤਾਂ ਨੇ ਕੀਤਾ ਅਤੇ ਜਿਹੜਾ ਬਾਦ ਦਸਤੂਰ ਅੱਜ ਤੱਕ ਜਾਰੀ ਹੈ। ਉਹਨਾਂ ਦੇ ਹੱਥਕੰਡੇ ਬਣੇ ਹੋਏ ਬਹੁਤ ਸਾਰੇ ਐਸੇ ਲੋਕ ਜਿਹੜਾ ਸਿੱਖੀ ਦਾ ਭੇਖ ਧਾਰ ਕਰਕੇ ਅਤੇ ਸਟੇਜ 'ਤੇ ਤਾਂ, ਕਿਉਂਕਿ ਅੱਜ ਦੇ ਹਾਲਾਤ ਅਜੇ ਵੀ ਇਹ ਹੈ ਕਿ ਸਟੇਜ ਦੇ ਉੱਤੇ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਬਾਰੇ ਬੁਰਾ ਬੋਲਣਾ ਉਹਨਾਂ ਦੇ ਵੱਸ ਦੀ ਗੱਲ ਨਹੀਂ ਹੈ, ਜਾਂ ਸੰਤਾਂ ਦਾ ਜਿਹੜਾ ਹੈ ਉਹ ਅਕਸ਼ ਮਾੜਾ ਪੇਸ਼ ਕਰਨ ਲਈ ਕੋਈ ਗੱਲ ਕਰਨੀ ਉਹਨਾਂ ਦੇ ਵੱਸ ਦੀ ਬਾਤ ਨਹੀਂ ਹੈ, ਕਿਉਂਕਿ ਸਿੱਖ ਸੰਗਤਾਂ ਸੰਤਾਂ ਨਾਲ, ਮਹਾਂਪੁਰਖਾਂ ਨਾਲ ਅੱਜ ਵੀ ਬਹੁਤ ਭਾਰੀ ਪਿਆਰ ਕਰਦੀਆਂ, ਪਰ ਉਹਨਾਂ ਦੀਆਂ ਕੋਝੀਆਂ ਹਰਕਤਾਂ ਇਹ ਹਨ ਕਿ ਉਹ ਨੌਜਵਾਨਾਂ ਦੇ ਅੰਦਰ ਜਦੋਂ ਕਿਤੇ ਉਹਨਾਂ ਨੂੰ ਮਿਲਦਾ ਹੈ ਮੌਕਾ ਅਤੇ ਉਹ ਇਹ ਗੱਲਾਂ ਕਹਿਣ ਤੋਂ ਗੁਰੇਜ਼ ਨਹੀਂ ਕਰਦੇ ਜਿਹੜੀਆਂ ਗੱਲਾਂ ਸੰਤਾਂ ਦੇ ਅਕਸ਼ ਨੂੰ ਖਰਾਬ ਕਰਦੀਆਂ ਹਨ। ਮਹਾਂਪੁਰਖਾਂ ਨੂੰ ਨੀਵਾਂ ਵਿਖਾਉਣ ਵਾਸਤੇ ਕੋਈ ਨਾ ਕੋਈ ਉਸ ਸਮੇਂ ਦੇ ਗਦਾਰ ਲੀਡਰਾਂ ਨੂੰ ਮੁੱਖ ਜਿਹੜਾ ਹੈ ਉਹ ਬਣਾਉਣ ਵਾਸਤੇ ਕਿ ਇਹਨਾਂ ਦਾ ਵੀ ਬੜਾ ਭਾਰੀ ਯੋਗਦਾਨ ਸੀ, ਜਿਨ੍ਹਾਂ ਨੇ ਕਿ ਸਗੋਂ ਸਿੱਖੀ ਦੀ ਪਿੱਠ ਵਿੱਚ ਛੁਰਾ ਮਾਰਿਆ ਸੀਗਾ। ਅਤੇ ਅਫਸੋਸ ਕਿ
ਹਾਲਾਤਾਂ ਨੂੰ ਨਾ ਜਾਣਦੇ ਹੋਏ ਕਈ ਗੁੰਮਰਾਹ ਹੋ ਰਹੇ ਹੈ। ਇਹ ਸਰਕਾਰਾਂ ਦੀ, ਹਕੂਮਤਾਂ ਦੀ ਮਨਸ਼ਾ ਹੁੰਦੀ ਹੈ ਕਿ ਉਹਨਾਂ ਦਾ ਜਿਹੜਾ ਅਸਲ ਸਰੂਪ ਹੈ ਉਹ ਸਾਹਮਣੇ ਨਾ ਆਵੇ। ਤੇ ਪਰ ਮੈਂ ਪਹਿਲਾਂ ਹੀ ਬੇਨਤੀ ਕੀਤੀ ਹੈ ਕਿ ਰੱਬੀ ਕਾਨੂੰਨ ਦੇ ਅੱਗੇ ਕੋਈ ਵੀ ਚਾਰਾ ਨਹੀਂ ਚੱਲਦਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੈ, ਸੱਚ ਸਦਾ ਸੂਰਜ ਵਾਂਗ ਪ੍ਰਕਾਸ਼ ਰਹਿੰਦਾ ਏ। ਹਾਂ, ਸਮਾਂ ਆ ਜਾਂਦਾ ਜਦੋਂ ਬੱਦਲ ਕਦੇ ਅੱਗੇ ਆ ਜਾਂਦੇ ਹੈ, ਪਰ ਜਦੋਂ ਹਵਾ ਚੱਲਦੀ ਹੈ ਬੱਦਲ ਖਿੰਡਦਿਆਂ ਦੇਰੀ ਨਹੀਂ ਲੱਗਦੀ। ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦਾ ਪ੍ਰਤਾਪ ਸੂਰਜ ਦੀ ਤਰ੍ਹਾਂ ਸਦਾ ਪ੍ਰਕਾਸ਼ਮਾਨ ਹੈ। ਸਮੇਂ ਸਮੇਂ ਸਿਰ ਜ਼ਾਲਮ ਯਤਨ ਕਰਦੇ ਹੈ, ਬੜੇ ਹੱਥਕੰਡੇ ਵਰਤਦੇ ਹੈ ਮਹਾਂਪੁਰਖਾਂ ਦੀ ਛਵੀ ਨੂੰ ਖਰਾਬ ਕਰਨ ਲਈ, ਜਾਂ ਕਈ ਜਿਹੜੇ ਉਹ ਸਾਧਨ ਅਪਣਾਉਂਦੇ ਹੈ। ਪਰ ਸਮਾਂ ਜਿਹੜਾ ਨਾ ਉਹ ਭਾਵੇਂ ਕਦੇ ਇਹੋ ਜਿਹਾ ਆ ਜਾਂਦਾ, ਪਰ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਸਤਿਗੁਰੂ ਜੀ ਆਪਣੇ ਪਿਆਰਿਆਂ ਦੀ ਨਾਮ ਦੀ ਪ੍ਰੀਤ ਤੇ ਉਸ ਰਾਹ ਤੇ ਚੱਲਣ ਵਾਲਿਆਂ ਦੀ ਸਦਾ ਹੀ ਮਹਾਰਾਜ ਲੋਕ ਪਰਲੋਕ ਵਿੱਚ ਜੈ ਜੈਕਾਰ ਕਰਾ ਦਿੰਦੇ ਹੈ। ਜਿਵੇਂ ਜਿਵੇਂ ਇਹ ਸਾਰਾ ਘੱਲੂਘਾਰੇ ਦਾ ਸਾਕਾ ਵਾਪਰਿਆ, ਸੰਤ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਮਹਾਰਾਜ ਜਦੋਂ ਪੰਥ ਦੀ ਦਮਦਮੀ ਟਕਸਾਲ ਦੀ ਸੇਵਾ ਸੰਭਾਲਦੇ ਹੈ, ਉਥੋਂ ਹੌਲੀ ਹੌਲੀ ਲੈ ਕੇ ਆਪਾਂ ਥੋੜ੍ਹਾ ਟੂਕ ਮਾਤਰ ਰੋਜ਼ ਸਰਵਣ ਕਰਿਆ ਕਰਾਂਗੇ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਅੰਮ੍ਰਿਤ ਪਵਿੱਤਰ ਗੁਰਬਾਣੀ ਦੀ ਕਥਾ ਜੋ ਆਪਾਂ ਲੜੀਵਾਰ ਸਰਵਣ ਕਰਦੇ ਆ ਰਹੇ ਹਾਂ। ਅੱਜ ਰਾਗ ਟੋਡੀ ਵਿੱਚ ਮਹਾਰਾਜ ਜੀ ਦਾ ਪਾਵਨ ਸ਼ਬਦ ਆ ਰਿਹਾ ਹੈ। ਮਹਾਰਾਜ ਜੀ ਨੇ ਟੋਡੀ ਰਾਗ ਵਿੱਚ ਇੱਕ ਸ਼ਬਦ ਸਤਿਗੁਰਾਂ ਜੀ ਨੇ ਉਚਾਰਨ ਕੀਤਾ ਹੈ, ਤੋ ਪਿਆਰ ਨਾਲ ਸਰਵਣ ਕਰੀਏ। ਸਤਿਗੁਰੂ ਜੀ ਦੇ ਪਾਵਨ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਨਾਵਾਂ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਰਾਗ ਟੋਡੀ ਅੰਦਰ ਸਤਿਗੁਰੂ ਜੀ ਆਪਣੇ ਸ਼੍ਰੀ ਕੰਠ ਤੋਂ ਪਵਿੱਤਰ ਉਪਦੇਸ਼ ਬਖਸ਼ਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਦਵੈਤ ਸਰੂਪ ਵਾਹਿਗੁਰੂ ਇੱਕ ਹੈ, ਉਹ ਅਦੁੱਤੀ ਹੈ, ਉਹ ਵਿਸਮਾਦ ਹੈ, ਉਹ ਅਸਚਰਜ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਹੈ ਓੰਕਾਰ ਸਰੂਪ ਹੈ, ਓੰਕਾਰ ਸ਼ਬਦ ਹੈ, ਓੰਕਾਰ ਧੁਨੀ ਹੈ। ਇਸ ਦਾ ਪ੍ਰਕਾਸ਼, ਇਸ ਦਾ ਸਪਰਸ਼ ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਉਸ ਵਿਸਮਾਦ ਤੱਕ ਸਤਿਗੁਰੂ ਦੀ ਕਿਰਪਾ ਨਾਲ ਪਹੁੰਚਿਆ ਜਾ ਸਕਦਾ ਹੈ। ਇੱਕੋ ਇੱਕ ਨਿਰੰਕਾਰ ਆਪ ਐਸਾ ਹੈ ਜਿਸ ਵਰਗਾ ਮਹਾਰਾਜ ਕਹਿੰਦੇ ਕੋਈ ਹੋਰ ਨਹੀਂ। ਤਿੰਨਾਂ ਕਾਲਾਂ ਵਿੱਚ ਰਹਿਣ ਵਾਲਾ ਹੈ। ਗੁਰੂ ਚੇਤਨ ਸਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ। ਕਹੋ ਕਹਾ ਆਪਣੀ ਅਦਮਾਈ। ਹਜੂਰ ਇਸ ਪਾਵਨ ਸ਼ਬਦ ਦੇ ਅੰਦਰ ਸਾਨੂੰ ਮਨ ਦੇ ਅੰਦਰ ਜੋ ਛੁਪੇ ਹੋਏ ਔਗਣ ਹਨ, ਸਤਿਗੁਰੂ ਜੀ ਤੁਰੋਂ ਮਨੋਂ ਅਰਦਾਸ ਕਰਨ ਲਈ ਸਾਨੂੰ ਪ੍ਰੇਰਦੇ ਹੈ ਕਿ ਆਪਣੇ ਮਨ ਦੇ ਔਗਣ ਸਤਿਗੁਰੂ ਜੀ ਦੇ ਅੱਗੇ ਛਪਾਉਣੇ ਨਹੀਂ ਚਾਹੀਦੇ। ਮਹਾਰਾਜ ਕਹਿੰਦੇ ਅਰਦਾਸ ਕਰਨੀ ਚਾਹੀਦੀ ਹੈ ਦਿਲ ਦੀ ਗਹਿਰਾਈ ਤੋਂ, ਕਿਉਂਕਿ ਜੇ ਤਾਂ ਪ੍ਰਭੂ ਦੀ ਕੀਰਤੀ ਵਿੱਚ ਤੇਰਾ ਮਨ ਲੱਗ ਗਿਆ ਹੈ, ਵਾਹਿਗੁਰੂ ਦਾ ਪਿਆਰ ਰਸ ਤੈਨੂੰ ਆਉਂਦਾ ਏ, ਔਗਣ ਛੁਟਕ ਗਏ ਹੈ, ਫਿਰ ਤਾਂ ਜਿਹੜੀ ਹੈ ਤੇਰੇ ਮਨ ਦੀ ਅਵਸਥਾ ਪਿਆਰ ਵਾਲੀ ਬਣ ਗਈ ਹੈ। ਪਰ ਜੇਕਰ ਕਿ ਤੇਰੇ ਅੰਦਰ ਪ੍ਰਭੂ ਦੀ ਪ੍ਰੀਤ ਨਹੀਂ ਪ੍ਰਾਪਤ ਹੋਈ, ਤੈਨੂੰ ਨਾਮ ਦਾ ਰਸ ਨਹੀਂ ਆਉਂਦਾ, ਤੇ ਬਾਹਰੋਂ ਤੂੰ ਭੇਖ ਜਿਹੜਾ ਹੈ ਉਹ ਗੁਰਮੁਖਾਂ ਵਾਲਾ ਬਣਾਇਆ ਹੋਇਆ,
ਧਰਮੀਆਂ ਵਾਲਾ ਭੇਖ ਬਣਾਇਆ ਹੋਇਆ ਹੈ, ਤੇ ਕੀ ਬਾਹਰਲੇ ਜਿਹੜੇ ਤੇਰੇ ਦਿਖਾਵੇ ਵਾਲੇ ਕਰਮ ਹੈ ਉਹਨਾਂ ਨਾਲ ਤੂੰ ਛੁੱਟ ਜਾਏਂਗਾ। ਜੋ ਕੁਝ ਤੂੰ ਦਿਖਾ ਰਿਹਾ ਸੰਸਾਰ ਨੂੰ ਪ੍ਰਭਾਵਿਤ ਕਰਨ ਵਾਸਤੇ, ਇਹਦਾ ਕੁਝ ਵੀ ਮੁੱਲ ਨਹੀਂ ਵਾਹਿਗੁਰੂ ਦੇ, ਮਹਾਰਾਜ ਕਹਿੰਦੇ ਉਸ ਦਰਗਾਹ ਦੇ ਅੰਦਰ। ਇਹ ਜਿੰਨੇ ਵੀ ਕੰਮ ਨੇ ਤੇਰੇ ਕੌਡੀ ਵਾਸਤੇ ਵੀ ਤੇਰੇ ਕੰਮ ਨਹੀਂ ਆਉਣਗੇ, ਜਿੰਨਾ ਚਿਰ ਕਰ ਤੂੰ ਸੱਚ ਨੂੰ ਆਪਣੇ ਜੀਵਨ ਦੇ ਅੰਦਰ ਅਪਣਾਇਆ ਨਹੀਂ ਹੈ, ਵਾਹਿਗੁਰੂ ਜੀ ਦੇ ਨਾਮ ਨਾਲ ਪਿਆਰ ਨਹੀਂ ਕੀਤਾ ਹੈ। ਜੇ ਕਰਕੇ ਤੂੰ ਪਿਆਰ ਕਰਦਾ ਹੈ ਫਿਰ ਤਾਂ ਅੰਦਰੋਂ ਨੀਚਤਾਈ ਮਰ ਜਾਂਦੀ ਹੈ, ਪਰ ਜੇ ਤੇਰਾ ਵਾਹਿਗੁਰੂ ਨਾਲ ਪਿਆਰ ਨਹੀਂ ਲੱਗਾ ਤੇ ਫਿਰ ਅੰਦਰੋਂ ਇਹ ਨਾ ਸਮਝੀ ਕਿ ਨੀਚਤਾਈ ਤੇਰੀ ਮਰੀ ਨਹੀਂ, ਤੂੰ ਛੁਪਾ ਰਿਹਾ। ਸੰਸਾਰ ਨੂੰ ਨਹੀਂ ਤੂੰ ਪ੍ਰਗਟ ਕਰਕੇ ਦਿਖਾਉਣਾ ਚਾਹੁੰਦਾ, ਕਿਉਂਕਿ ਆਪਣੇ ਔਗਣਾਂ ਨੂੰ ਕੌਣ ਦਿਖਾਉਂਦਾ ਹੈ। ਪਰ ਜੇ ਤੂੰ ਸੰਸਾਰ ਦੇ ਸਾਹਮਣੇ ਤੇ ਆਪਣੇ ਚਿਹਰੇ ਨੂੰ ਬੜਾ ਚੰਗਾ ਦਿਖਾ ਰਿਹਾ ਏ, ਗੁਰੂ ਸਾਹਿਬ ਦੇ ਸਾਹਮਣੇ ਤੂੰ ਆਪਣਾ ਬਾਹਰੀ ਰੂਪ ਜਿਹੜਾ ਨਾ ਉਹਨੂੰ ਚੰਗਾ ਕਰਕੇ ਪ੍ਰਗਟ ਕਰਕੇ ਜੇ ਦਿਖਾਵੇਂ, ਅੰਦਰ ਦੀ ਹਾਲਤ ਨੂੰ ਛੁਪਾਵੇਂ, ਸਤਿਗੁਰੂ ਜੀ ਤਾਂ ਧੁਰੋਂ ਅੰਦਰ ਤੱਕ ਜਾਣਦੇ ਐ ਕਿ ਤੇਰੇ ਅੰਦਰ ਦੀ ਹਾਲਤ ਕਿਹੋ ਜੀ ਹੈ, ਬਾਹਰਲਾ ਤੇਰਾ ਸਰੂਪ ਕਿਹੇ ਜਿਹਾ ਹੈ ਤੇ ਅੰਦਰਲਾ ਤੇਰਾ ਸਰੂਪ ਕਿਹੇ ਜਿਹਾ ਹੈ। ਇਹ ਤਾਂ ਸਤਿਗੁਰੂ ਜੀ ਤੋਂ ਕੋਈ ਓਹਲਾ ਨਹੀਂ ਹੈ। ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਸਾਨੂੰ ਅਰਦਾਸ ਕਰਨ ਦੀ ਜਾਚ ਦੱਸਦੇ ਐ। ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ। ਮਹਾਰਾਜ ਸੱਚੀ ਬਾਤ ਹੈ ਕਿ ਕੋਈ ਪਿਆਰ ਨਹੀਂ ਲੱਗਾ ਆਪ ਜੀ ਦੇ ਚਰਨਾਂ ਨਾਲ, ਤੇ ਮਹਾਰਾਜ ਜਿਹੜੀ ਸਾਡੀ ਨੀਚਤਾਈ ਹੈ ਉਹਦੇ ਬਾਰੇ ਮੈਂ ਕੀ ਕਹਾਂ, ਕਿਉਂਕਿ ਕਹਿਣ ਲੱਗਿਆਂ ਵੀ ਸ਼ਰਮਿੰਦਗੀ ਆਉਂਦੀ ਹੈ ਕਿ ਮੇਰਾ ਮਨ ਇੰਨਾ ਗਲੀਚ ਵੈ, ਇੰਨੇ ਭੈੜੇ ਫੁਰਨੇ ਹੈ, ਜੇ ਕਰਕੇ ਕਿਸੇ ਨੂੰ ਪਤਾ ਲੱਗ ਜੇ ਤਾਂ ਉਹ ਆਪਣੇ ਕੋਲ ਨਾ ਬੈਠਣ ਦੇਵੇ। ਬਾਹਰੋਂ ਮੈਂ ਗੁਰਮੁਖ ਬਣਿਆ ਹੋਇਆ, ਬਾਹਰੋਂ ਮੈਂ ਧਰਮੀ ਬਣਿਆ ਹੋਇਆ, ਪਰ ਮਹਾਰਾਜ ਜਿਹੜੀ ਮੇਰੀ ਅੰਦਰ ਨੀਚਤਾਈ ਹੈ ਨਾ, ਇੰਨਾ ਨੀਵਾਂ ਸੁਭਾਅ ਏ ਮਹਾਰਾਜ, ਜੇ ਬਾਹਰ ਪ੍ਰਗਟ ਹੋ ਜਾਵੇ ਤਾਂ ਫਿਰ ਅਜਾਮਲ ਵਰਗਿਆਂ ਨੂੰ ਵੀ, ਜਿਨ੍ਹਾਂ ਦਾ ਭਾਵੇਂ ਉਧਾਰ ਹੋ ਗਿਆ ਨਾਮ ਦੇ ਨਿਸ਼ਚੇ ਕਰਕੇ, ਮਹਾਰਾਜ ਉਹ ਜੇ ਨੀਚਾਂ ਤੋਂ ਵੀ ਮੈਂ ਅਤ ਨੀਚ ਹਾਂ। ਇਹ ਮਨ ਦੀ ਵਿਵਸਥਾ ਸਤਿਗੁਰੂ ਜੀ ਦੇ ਅੱਗੇ ਪ੍ਰਤੱਖ ਕਰਨੀ ਤੇ ਹੱਥ ਜੋੜ ਕਰਕੇ ਬੇਨਤੀ ਕਰਨੀ। ਹਜੂਰ ਫਰਮਾਉਂਦੇ ਹਨ, ਕਹੋ ਕਹਾ ਆਪਣੀ ਅਦਮਾਈ। ਹੇ ਵਾਹਿਗੁਰੂ, ਮੈਂ ਆਪਣੀ ਜਿਹੜੀ ਅਦਮਤਾਈ ਹੈ, ਨੀਚਤਾਈ ਹੈ, ਜਿਹੜਾ ਮੇਰਾ ਸੁਭਾਅ ਏ ਇੰਨਾ ਭੈੜਾ ਨੀਚ ਹੈ, ਮਹਾਰਾਜ ਉਸ ਦੇ ਬਾਬਤ ਮੈਂ ਕੀ ਕਹਾਂ, ਕਿਉਂਕਿ ਕਹਿਣ ਲੱਗਿਆਂ ਉਹ ਸ਼ਬਦ ਹੀ ਨਹੀਂ ਕੋਲ ਆਉਂਦੇ ਕਿ ਜਿਨ੍ਹਾਂ ਸ਼ਬਦਾਂ ਨਾਲ ਮੈਂ ਆਪਣੀ ਨੀਚਤਾਈ ਬਿਆਨ ਕਰ ਸਕਾਂ, ਕਿਉਂਕਿ ਮੇਰੇ ਅੰਦਰ ਮਹਾਰਾਜ ਬਹੁਤ ਅਦਮ ਤੋਂ ਅਦਮ, ਨੀਵੇਂ ਤੋਂ ਨੀਵੇਂ ਭੈੜੇ ਵਿਚਾਰ ਹੈ, ਭੈੜੇ ਫੁਰਨੇ ਹਨ। ਮਹਾਰਾਜ ਕਹੋਂ ਕਹਾਂ ਆਪਣੀ ਅਦਮਾਈ, ਮੈਂ ਆਪਣੀ ਨੀਚਤਾਈ ਬਾਬਤ ਕੀ ਕਹਿਣਾ ਕਰਾਂ। ਜੋ ਨੀਚਤਾਈ ਹੈ ਨਾ, ਉਹ ਵੀ ਮਹਾਰਾਜ ਦੱਸਦੇ ਹੈ ਕਿ ਭਾਈ ਕਿਹੋ ਜੀ ਨੀਚਤਾਈ ਹੈ, ਜਿਹਦੇ ਮਨ ਦੇ ਅੰਦਰ ਜਗਿਆਸਾ ਜਾਗਦੀ ਹੈ। ਸੱਚੇ ਪਾਤਸ਼ਾਹ ਜੀ ਦੇ ਅੱਗੇ ਭਾਈ ਉਹ ਗੁਰਸਿੱਖ ਫਿਰ ਅਰਦਾਸ ਕਰਦੇ ਆ, ਮਹਾਰਾਜ ਮੈਂ ਆਪਣੇ ਮਨ ਦਾ ਅਦਮ ਸੁਭਾਅ ਜਿਹੜਾ ਹੈ, ਨੀਵਾਂ ਨੀਚਤਾਈ ਵਾਲਾ, ਵਿਸ਼ਿਆਂ ਵਿਕਾਰਾਂ ਵਾਲਾ, ਈਰਖਾ ਵਾਲਾ, ਬੁਰੇ ਕਰਮਾਂ ਵਾਲਾ, ਮਹਾਰਾਜ ਮੈਂ ਕੀ ਕਹਿਣਾ ਕਰਾਂ, ਕਿਉਂਕਿ ਕਹਿੰਦਿਆਂ ਹੋਇਆਂ ਨੂੰ ਵੀ ਜਿਹੜੇ ਅੰਦਰ ਪਾਪ ਛੁਪਾਏ ਹੋਏ ਹੈ, ਜਿਹੜੀ ਨੀਚਤਾਈ ਭੈੜੀ ਬਿਰਤੀ ਅੰਦਰ ਧਾਰਨ ਕੀਤੀ ਹੋਈ ਹੈ, ਉਹਨੂੰ ਕਿਵੇਂ ਕਹਾਂ ਮਹਾਰਾਜ। ਸੰਸਾਰ ਦੇ ਅੰਦਰ ਸ਼ਰਮ ਆਉਂਦੀ ਹੈ, ਲੋਕ ਕਹਿਣਗੇ ਕਿ ਇਉਂ ਕੀ ਕਹਾਂ ਮਹਾਰਾਜ ਮੈਂ ਆਪਣੀ ਨੀਚਤਾਈ ਬਾਰੇ। ਉਰਜਿਓ ਕਨਕ ਕਾਮਨੀ ਕੇ ਰਸ। ਮਹਾਰਾਜ ਮੇਰਾ ਮਨ ਨਾ
ਸੋਇਨੇ ਦੇ ਵਿੱਚ ਉਲਝਿਆ ਹੋਇਆ ਫਸਿਆ ਹੋਇਆ ਹੈ। ਜੇਕਰ ਕਿ ਕੋਈ ਸੋਹਣੀ ਚੀਜ਼ ਵੇਖਦਾ ਹੈ ਤੇ ਉਹ ਮਨ ਪ੍ਰਭਾਵਿਤ ਹੋ ਜਾਂਦਾ ਹੈ। ਜਿਉਂ ਜਿਨ੍ਹਾਂ ਦਾ ਮਨ ਪ੍ਰਭਾਵਿਤ ਨਹੀਂ ਨਾ ਹੁੰਦਾ ਉਹ ਪਕੜ ਨਹੀਂ ਕਰਦੇ। ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੂੰ ਕਿਸੇ ਪ੍ਰੇਮੀ ਗੁਰਮੁਖ ਨੇ ਬੜੀ ਸੋਹਣੀ ਸ੍ਰੀ ਸਾਹਿਬ ਭੇਟ ਕੀਤੀ, ਜਿਸ ਦਾ ਮੁੱਠਾ ਸੋਇਨੇ ਦਾ ਸੀਗਾ, ਬੜੀ ਸੁੰਦਰ ਸੀ। ਤੇ ਮਹਾਂਪੁਰਖ ਜਦੋਂ ਹੱਥ ਵਿੱਚ ਪਕੜੀ ਹੈ ਕਹਿਣ ਲੱਗੇ ਕਿ ਭਈ ਇਹ ਤਾਂ ਜਿਹੜੀ ਸ੍ਰੀ ਸਾਹਿਬ ਹੈ ਇਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਘਰ ਸ਼ੋਭਦੀ ਹੈ। ਇਹ ਸ੍ਰੀ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸ਼ੋਭਾ ਪਾਉਂਦੀ ਹੈ। ਤੇ ਮਹਾਂਪੁਰਖਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਹ ਸੋਨੇ ਲਿਪਤ ਸ੍ਰੀ ਸਾਹਿਬ ਜਿਹੜੀ ਸੀ ਭੇਟ ਕਰ ਦਿੱਤੀ ਸੀ। ਉਹਨਾਂ ਦਾ ਕੋਈ ਕਿਸੇ ਪਦਾਰਥ ਨਾਲ, ਕਿਸੇ ਸੋਨੇ ਦੀ ਚੀਜ਼ ਨਾਲ ਲਗਾਵ ਨਹੀਂ ਰਹਿੰਦਾ। ਪਰ ਮਹਾਰਾਜ ਮੈਂ ਆਪਣੀ ਅਦਮਤਾਈ ਕੀ ਕਹਾਂ ਕਿ ਮੇਰਾ ਮਨ ਦਾ ਜਿਹੜਾ ਰਸ ਹੈ ਉਰਜਿਓ ਕਨਕ ਕਾਮਨੀ ਕੇ ਰਸ, ਕਨਕ ਸੋਇਨੇ ਦੇ ਰਸ ਵਿੱਚ ਉਰਜਿਆ ਹੋਇਆ ਫਸਿਆ ਹੋਇਆ। ਸੋਇਨੇ ਦੀਆਂ ਚਮਕੀਲੀਆਂ ਚੀਜ਼ਾਂ ਮੈਨੂੰ ਬੜਾ ਪ੍ਰਭਾਵਿਤ ਕਰਦੀਆਂ। ਜਿਹੜਾ ਮਨ ਹੈ ਇਹ ਸੋਇਨੇ ਦੇ ਵਿੱਚ ਮਹਾਰਾਜ ਇਸ ਤਰ੍ਹਾਂ ਲੱਗਿਆ ਹੋਇਆ ਕਿ ਮੇਰੇ ਮਨ ਨੂੰ ਖਿੱਚ ਪਾਉਂਦਾ ਹੈ ਤੇ ਪ੍ਰਾਪਤ ਕਰਨ ਵਾਸਤੇ ਇੱਛਾ ਕਰਦਾ ਹੈ। ਕਿਹੜੇ ਵੀ ਤਰੀਕੇ ਨਾਲ ਪ੍ਰਾਪਤ ਹੋਵੇ, ਮੈਨੂੰ ਪ੍ਰਾਪਤ ਹੋ ਜਾਵੇ। ਇਉਂ ਸੱਚੇ ਪਾਤਸ਼ਾਹ ਮਹਾਰਾਜ ਫਿਰ ਕਾਮਨੀ ਕਹਿੰਦੇ ਆ ਇਸਤਰੀ ਨੂੰ। ਮਹਾਰਾਜ ਪਰ ਇਸਤਰੀ ਦੇ ਅੰਦਰ ਮੇਰਾ ਮਨ ਇਸ ਤਰ੍ਹਾਂ ਲੱਗਿਆ ਹੋਇਆ ਹੈ ਕਿ ਮੈਂ ਪ੍ਰਾਪਤ ਕਰਨਾ ਚਾਹੁੰਦਾ ਵਿਸ਼ਿਆਂ ਨੂੰ। ਜਿਹੜਾ ਮਨ ਦਾ ਸੁਭਾਅ ਹੈ ਬਾਹਰੋਂ ਤਾਂ ਮੈਂ ਵੇਖਣ ਨੂੰ ਧਰਮੀ ਸਭ ਨੂੰ ਪ੍ਰਤੀਤ ਹੁੰਦਾ, ਪਰ ਮਹਾਰਾਜ ਮੇਰੇ ਨੇਤਰ ਅਮੋੜ ਨੇ, ਪਰ ਇਸਤਰੀ ਦੇ ਰੂਪ ਨੂੰ ਵੇਖਣ ਵੱਲ ਪ੍ਰਵਿਰਤ ਹੋ ਜਾਂਦੇ ਹੈ, ਕਿਉਂਕਿ ਅੰਦਰੋਂ ਪਰ ਇਸਤਰੀ ਦਾ ਰੂਪ ਵੇਖਣ ਦਾ ਰਸ ਨਹੀਂ ਮੇਰੇ ਅੰਦਰੋਂ ਛੁੱਟਿਆ। ਸੱਚੇ ਪਾਤਸ਼ਾਹ ਮਹਾਰਾਜ ਇਹੋ ਜੀ ਮੇਰੀ ਬੁਰੀ ਹਾਲਤ ਹੈ। ਹੁਣ ਮੈਂ ਇਹ ਅਦਮਤਾਈ, ਇਹ ਨੀਚਤਾਈ ਕਿਹਨੂੰ ਕਹਾਂ? ਜੇ ਕਹਾਂ ਤਾਂ ਸੰਸਾਰ ਦੇ ਲੋਕ ਤਾਂ ਮੈਨੂੰ ਕਹਿੰਦੇ ਆ ਬੜਾ ਜਤੀ ਹੈ, ਬੜਾ ਸਤੀ ਹੈ, ਬੜਾ ਮਹਾਂਪੁਰਖ ਹੈ, ਬੜਾ ਗੁਰਮੁਖ ਹੈ, ਬੜਾ ਪਰਉਪਕਾਰੀ ਹੈ। ਪਰ ਮਹਾਰਾਜ ਹੁਣ ਬਾਹਰੋਂ ਇੰਨਾ ਮਾਣ ਹੈ, ਸਤਿਕਾਰ ਹੈ, ਤੇ ਕਹੋ ਕਹਾਂ ਆਪਣੀ ਅਦਮਾਈ। ਮੈਂ ਆਪਣੇ ਅੰਦਰ ਦੀ ਨੀਚਤਾਈ ਜਿਹੜੀ ਆ ਉਹ ਕਿਹਨੂੰ ਕਹਾਂ ਕਿ ਅੰਦਰ ਤਾਂ ਮੇਰੇ ਨੇਤਰ ਅਜੇ ਵੀ ਅਮੋੜ ਨੇ, ਪਰ ਇਸਤਰੀ ਦੇ ਰੂਪ ਨੂੰ ਵੇਖਣ ਵੱਲ ਦੌੜਦੇ ਐ। ਮਨ ਮੇਰਾ ਅਜੇ ਵੀ ਸੋਇਨੇ ਤੋਂ ਪ੍ਰਭਾਵਿਤ ਹੁੰਦਾ ਹੈ। ਤੇ ਮਹਾਰਾਜ ਮੈਂ ਦਿਖਾਉਣਾ ਹਾਂ ਕਿ ਮੈਂ ਬੜਾ ਭਗਤ ਹਾਂ। ਸੰਸਾਰ ਮੈਨੂੰ ਮੰਨਦਾ ਹੈ ਕਿ ਬੜਾ ਇਹ ਤਾਂ ਗਿਆਨਵਾਨ ਹੈ, ਬੜੀ ਇਹਨੂੰ ਸੋਝੀ ਹੈ, ਬੜੇ ਜੀਆਂ ਦਾ ਭਲਾ ਕਰਤਾ ਹੈ, ਬੜੇ ਲੋਕ ਤਾਰ ਦਿੱਤੇ ਹੈ। ਪਰ ਮਹਾਰਾਜ ਜਿਹੜੀ ਮੇਰੀ ਅੰਦਰ ਦੀ ਹਾਲਤ ਹੈ, ਕਹੋ ਕਹਾਂ ਆਪਣੀ ਅਦਮਾਈ। ਮੈਂ ਆਪਣੀ ਨੀਚਤਾਈ ਕੀ ਕਹਾਂ? ਅਜੇ ਤੱਕ ਇਹਨਾਂ ਚਮਕੀਲੀਆਂ ਚੀਜ਼ਾਂ ਦੇ ਰਸ ਵਿੱਚ ਹੀ, ਸੋਇਨੇ ਆਦਿਕ ਦੇ ਰਸਾਂ ਵਿੱਚ ਹੀ ਮੇਰਾ ਮਨ ਅਟਕਿਆ ਹੋਇਆ ਹੈ। ਤੇ ਪਰ ਇਸਤਰੀ ਦੇ ਰੂਪ ਵੇਖਣ ਵਿੱਚ, ਪਰ ਇਸਤਰੀ ਦੇ ਰਸ ਵਿੱਚ ਮਹਾਰਾਜ ਜਿਹੜਾ ਮੇਰਾ ਮਨ ਹੈ ਇਧਰ ਉਰਝ ਗਿਆ ਹੈ, ਫਸਿਆ ਹੋਇਆ, ਅਜੇ ਤੱਕ ਨਹੀਂ ਨਿਕਲਿਆ। ਨਹਿ ਕੀਰਤ ਪ੍ਰਭ ਗਾਈ, ਨਾ ਹੀ ਮਹਾਰਾਜ ਆਪਦੀ ਕੀਰਤੀ ਗਾਈ ਹੈ, ਜਸ ਨਹੀਂ ਗਾਇਆ। ਬਾਹਰੋਂ ਮੂੰਹ ਕਰਕੇ ਜੇ ਗਾਇਆ ਹੈ, ਮਹਾਰਾਜ ਮਨ ਦਾ ਪਿਆਰ ਹੀ ਨਹੀਂ ਲੱਗਿਆ। ਸੱਚੇ ਪਾਤਸ਼ਾਹ ਇਹੋ ਜੀ ਹਾਲਤ ਹੈ। ਬਾਹਰੋਂ ਲੋਕ ਸਮਝਦੇ ਆ ਕਿ ਮੈਂ ਬੜੀ ਵਾਹਿਗੁਰੂ ਦੀ ਕੀਰਤੀ ਗਾਈ ਹੈ, ਬੜਾ ਵਾਹਿਗੁਰੂ ਦਾ ਜਸ ਕੀਤਾ ਹੈ, ਪਰ ਮਹਾਰਾਜ ਮੇਰੇ ਮਨ ਨੇ ਜਸ ਨਹੀਂ ਕੀਤਾ। ਮੇਰਾ ਮਨ ਤਾਂ ਪਰ ਇਸਤਰੀ ਦੇ ਰਸ ਵਿੱਚ ਲੱਗਾ ਹੋਇਆ ਹੈ, ਵਕਾਰਾਂ ਦੇ ਰਸ ਵਿੱਚ ਫਸਿਆ ਹੋਇਆ ਹੈ। ਤੇ ਜੇ ਮੇਰੀ ਇਹ ਨੀਚਤਾਈ ਸੰਸਾਰ ਨੂੰ ਪਤਾ ਲੱਗੇ ਤੇ ਲੋਕ ਮੈਨੂੰ ਕੀ ਕਹਿਣਗੇ? ਇਸ ਕਰਕੇ ਮਹਾਰਾਜ ਮੈਂ ਕਿਹਨੂੰ ਕਹਾਂ ਆਪਣੀ ਇਹ ਨੀਚਤਾਈ? ਕਹੋ ਕਹਾਂ ਆਪਣੀ ਅਦਮਾਈ, ਕਿਹਦੇ ਤਾਈਂ ਦੱਸਾਂ? ਮਹਾਰਾਜ ਇਹ ਤਾਂ ਆਪਦੇ ਚਰਨਾਂ 'ਚ ਹੀ ਬੇਨਤੀ ਮੈਂ ਕਰਦਾ ਹਾਂ।
ਕਿ ਮਹਾਰਾਜ ਮੈਂ ਇਹਨਾਂ ਰਸਾਂ ਵਿੱਚ ਫਸ ਗਿਆ ਹਾਂ। ਜੇ ਕਰਕੇ ਆਪ ਜੀ ਦੀ ਕੀਰਤੀ ਗਾਈ ਹੁੰਦੀ ਮਨ ਕਰਕੇ, ਪ੍ਰੇਮ ਲਾ ਕਰਕੇ, ਤਾਂ ਕਰਕੇ ਤਾਂ ਮਹਾਰਾਜ ਮੈਂ ਫਿਰ ਛੁੱਟ ਜਾਂਦਾ ਨਾ। ਅੰਦਰ ਜਿਹੜਾ ਇਸਤਰੀ ਦੇ ਵੇਖਣ ਦੀ ਲਲਕ ਲੱਗੀ ਹੋਈ ਹੈ ਉਹ ਛੁੱਟ ਜਾਂਦੀ। ਸੋਇਨੇ ਆਦਿਕ ਦੀ ਜਿਹੜੇ ਪ੍ਰਾਪਤ ਕਰਨ ਦੀ, ਪ੍ਰਭਾਵਿਤ ਹੋਣ ਦੀ, ਉਹਦੇ ਰਸ ਦੀ ਜਿਹੜੀ ਅੰਦਰ ਪਕੜ ਵੈ ਉਹ ਛੁੱਟ ਜਾਂਦੀ। ਜੇ ਕਰਕੇ ਆਪ ਦੀ ਕੀਰਤੀ ਮਨ ਕਰਕੇ ਗਾਈ ਹੁੰਦੀ। ਮਨ ਦਾ ਪਿਆਰ ਆਪ ਜੀ ਦੀ ਕੀਰਤੀ ਵਿੱਚ, ਜਸ ਵਿੱਚ ਲੱਗ ਜਾਂਦਾ। ਪਰ ਮਹਾਰਾਜ ਦਿਖਾਵਾ ਹੈ। ਮੈਂ ਤਾਂ ਕੀਰਤੀ ਵੀ ਕੀ ਕਰਦਾ ਹਾਂ ਕਿ ਰੋਟੀਆਂ ਕਾਰਨ ਪੂਰੇ ਤਾਲ, ਇਹੋ ਜੀ ਮੇਰੀ ਹਾਲਤ ਵੈ। ਮੈਂ ਦਿਲ ਦਾ ਸੱਚਾ ਪਿਆਰ ਨਹੀਂ ਆਪ ਨਾਲ ਲਾ ਸਕਿਆ। ਦਿਲ ਤੋਂ ਪ੍ਰੀਤ ਕਰਕੇ ਮਹਾਰਾਜ ਆਪ ਦੀ ਕੀਰਤੀ ਨਹੀਂ ਗਾਈ, ਜਸ ਨਹੀਂ ਕੀਤਾ ਹੈ। ਰਹਾਉ। ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਐ, ਇਹੀ ਅਦਮਤਾਈ ਹੈ, ਇਹੀ ਨੀਚਤਾਈ ਹੈ ਕਿ ਮਨ ਕਰਕੇ ਪਿਆਰ ਨਹੀਂ ਮਹਾਰਾਜ ਮੈਂ ਲਾ ਸਕਿਆ। ਇਹ ਸੱਚੇ ਪਾਤਸ਼ਾਹ, ਮੇਰੇ ਮਨ ਦੇ ਵਕਾਰ ਨਹੀਂ ਛੁੱਟ ਕੇ, ਮੇਰੇ ਮਨ ਦਾ ਬੁਰਾ ਸੁਭਾਅ ਨਹੀਂ ਮਰਿਆ, ਉਸੇ ਤਰ੍ਹਾਂ ਹੀ ਵਕਾਰਾਂ ਦੇ ਨਾਲ ਭਰਿਆ ਹੋਇਆ। ਬੜਾ ਭਾਵੇਂ ਸਾਰਾ ਕੁਝ ਵਕਾਰਾਂ ਬਾਰੇ ਜਾਣਦਾ ਹਾਂ, ਪਰ ਮਹਾਰਾਜ ਮਨ ਤੋਂ ਇਹ ਮੈਲ ਨਹੀਂ ਲੱਥੀ। ਸੱਚੇ ਪਾਤਸ਼ਾਹ ਇਹੋ ਜੀ ਅਦਮਤਾਈ ਹੈ, ਇਹੋ ਜੀ ਨੀਚਤਾਈ ਹੈ ਮੇਰੇ ਅੰਦਰ। ਸੱਚੇ ਪਾਤਸ਼ਾਹ ਮੈਂ ਆਪ ਜੀ ਦਾ ਜਸ ਨਹੀਂ ਗਾਇਆ। ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ, ਜਗ ਝੂਠੇ ਕੋ ਸਾਚ ਜਾਣ ਕੈ। ਫਿਰ ਇਹ ਜਗਤ ਹੈ ਤਾਂ ਝੂਠਾ, ਕਿਉਂਕਿ ਆਪ ਜੀ ਦੱਸਦੇ ਹੋ ਨਾ, ਝੂਠਾ ਹੈ ਇਹ ਸੰਸਾਰ। ਮਹਾਰਾਜ ਇਸ ਝੂਠੇ ਜਗ ਨੂੰ ਸਾਚ ਜਾਣ ਕੇ, ਸੱਚਾ ਜਾਣ ਕਰਕੇ ਕਿ ਸਦਾ ਰਹਿਣ ਵਾਲਾ ਹੈ, ਇਸ ਝੂਠੇ ਨਾਸ਼ਵੰਤ ਸਾਰੇ ਜਗਤ ਨੂੰ ਸੱਚਾ ਸਮਝ ਕਰਕੇ ਤਾਸਿਓ ਰੁਚ ਉਪਜਾਈ। ਇਸ ਜਗਤ ਦੇ ਵਿੱਚ ਹੀ ਮੈਂ ਆਪਣੀ ਰੁਚ ਇੱਛਾ ਜਿਹੜੀ ਹੈ ਨਾ ਉਹ ਉਪਜਾਈ ਹੈ, ਪੈਦਾ ਕੀਤੀ ਹੈ। ਮੈਨੂੰ ਨਾਮ ਜਪਣਾ ਪਵੇ ਤਾਂ ਫਿਰ ਮੇਰਾ ਬਹੁਤ ਜ਼ਿਆਦਾ ਮਨ ਜਿਹੜਾ ਉਹ ਮੁਰਝਾ ਜਾਂਦਾ ਏ। ਜੇ ਸੰਸਾਰ ਦੇ ਜਿਹੜੇ ਨਾਤੇ ਹੈ, ਜੋ ਜਗਤ ਦੇ ਪਦਾਰਥ ਹਨ, ਉਹਨਾਂ ਵਿੱਚ ਲੱਗਣਾ ਹੋਵੇ, ਹੱਸਣਾ ਖੇਡਣਾ ਹੋਵੇ, ਤਾਂ ਬਹੁਤ ਮੈਂ ਰੁਚੀ ਨਾਲ ਸਾਰੇ ਕੰਮ ਕਰਦਾ ਹਾਂ। ਈਰਖਾ ਵੀ ਬੜੀ ਰੁਚੀ ਨਾਲ ਕਰਦਾ ਹਾਂ ਦਿਲ ਤੋਂ। ਹੋਰ ਲਾਲਚ ਦੇ ਕਰਮ ਬੜੇ ਰੁਚੀ ਨਾਲ ਕਰਦਾ ਹਾਂ। ਫਿਰ ਪਰਿਵਾਰ ਦੇ ਮੋਹ ਨੂੰ ਬਹੁਤ ਜ਼ਿਆਦਾ ਮੈਂ ਰੁਚੀ ਦਿੱਤੀ ਹੋਈ ਹੈ। ਪਰ ਜਦੋਂ ਭਜਨ ਕਰਨਾ ਉਧਰ ਮੇਰੀ ਕੋਈ ਰੁਚੀ ਨਹੀਂ, ਕਿਉਂਕਿ ਜੇ ਰੁਚੀ ਹੋਵੇ ਤਾਂ ਫਿਰ, ਕਿਉਂਕਿ ਜਦੋਂ ਕੰਮ ਪੈਂਦਾ ਉਦੋਂ ਤਾਂ ਮੈਂ ਅੰਮ੍ਰਿਤ ਵੇਲੇ ਉੱਠ ਜਾਂਦਾ, ਤੇ ਜੇ ਰੁਚੀ ਹੋਵੇ ਤਾਂ ਉੱਠਾਂ ਨਾ ਅੰਮ੍ਰਿਤ ਵੇਲੇ। ਸਿਮਰਨ ਵਿੱਚ ਮੈਂ ਲੱਗਾ ਨਾ, ਕਿਉਂਕਿ ਮੈਂ ਰੁਚੀ ਨਹੀਂ ਉਪਜਾਈ, ਇੱਛਾ ਹੀ ਨਹੀਂ ਮੇਰੇ ਅੰਦਰ ਜਾਗੀ। ਕਹਿਣ ਨੂੰ ਸੰਸਾਰ ਦੇ ਲੋਕ ਮੈਨੂੰ ਭਗਤ ਕਹਿੰਦੇ ਐ, ਧਰਮੀ ਕਹਿੰਦੇ ਐ, ਬੜਾ ਹੀ ਜੀਆਂ ਦਾ ਭਲਾ ਕਰਨ ਵਾਲਾ ਕਹਿੰਦੇ ਐ, ਪਰ ਮਹਾਰਾਜ ਸੱਚੀ ਮੁੱਚੀ ਮੈਂ ਅੰਦਰੋਂ ਝੂਠੇ ਜਗਤ ਨੂੰ ਝੂਠਾ ਨਹੀਂ ਜਾਣਿਆ, ਸੱਚਾ ਜਾਣ ਕੇ ਇਹਦੇ ਨਾਲ ਪ੍ਰੇਮ ਪਾਇਆ ਹੋਇਆ ਹੈ। ਜੇ ਕਰਕੇ ਸੰਸਾਰ ਨੂੰ ਝੂਠਾ ਜਾਣਿਆ ਹੁੰਦਾ ਤੇ ਆਪਣੇ ਮੇਰੇ ਮਨ ਦੇ ਅੰਦਰ ਬੈਰਾਗ ਨਾ ਪ੍ਰਪੱਕ ਹੁੰਦਾ। ਆਪਣੇ ਮੇਰੇ ਅੰਦਰ ਜਿਹੜੇ ਮੇਰੇ ਕਰਤੱਵ ਨੇ ਬਾਹਰੋਂ, ਇਹ ਬਦਲ ਨਾ ਜਾਂਦੇ ਜੇ ਅੰਦਰੋਂ ਸੱਚ ਨਾਲ ਪਿਆਰ ਹੁੰਦਾ। ਮਹਾਰਾਜ ਕਰਤੱਵ ਤਾਂ ਮੇਰੇ ਸਾਰੇ ਜਿਹੜੇ ਉਹ ਅਦਮਤਾਈ ਵਾਲੇ ਆ, ਨੀਚਤਾਈ ਵਾਲੇ ਆ। ਹਾਂ ਇਹ ਕਿ ਲੋਕਾਂ ਕੋਲੋਂ ਛੁਪਾਏ ਹੋਏ ਆ, ਸੰਸਾਰ ਦੇ ਲੋਕ ਨਹੀਂ ਵੇਖ ਸਕਦੇ, ਤੇ ਉਹਨਾਂ ਦੇ ਸਾਹਮਣੇ ਮੈਂ ਬੜਾ ਹੀ ਚੰਗਾ ਹਾਂ। ਪਰ ਮਹਾਰਾਜ ਮੇਰੇ ਅੰਦਰ ਬੜੀ ਨੀਚਤਾਈ ਹੈ, ਬੜੇ ਹੀ ਔਗਣ ਨੇ। ਇਹਨਾਂ ਔਗਣਾਂ ਨੂੰ ਮੈਂ ਗਿਣ ਨਹੀਂ ਸਕਦਾ। ਭਰਿਆ ਹੋਇਆ ਜਿੰਨਾ ਸਮੁੰਦਰ ਪਾਣੀ ਨਾਲ ਭਰਿਆ ਹੋਇਆ ਮਹਾਰਾਜ, ਇਦੋਂ ਵੀ ਕਿਤੇ ਜ਼ਿਆਦਾ ਮੈਂ ਔਗਣਾਂ ਨਾਲ ਭਰਿਆ ਹੋਇਆ ਹਾਂ। ਜਿਹੜਾ ਜਗਤ ਵੈ ਝੂਠਾ ਏ, ਇਹ ਹੁਣ ਤਾਂ ਸਮਝ ਨਹੀਂ ਪੈ ਰਹੀ ਨਾ, ਪਰ ਮਹਾਰਾਜ ਆਪ ਨੇ ਦੱਸਿਆ ਕਿ ਉਦੋਂ ਕੀ ਕਰ ਲੇਗਾ, ਜਗਤ ਨੂੰ ਕਿਵੇਂ ਪਕੜ ਲੇਗਾ ਜਦੋਂ ਤੇਰੇ ਹੱਥੋਂ ਛੁਟਕ ਜਾਣਾ ਹੈ। ਕਿਉਂਕਿ ਇਹ ਦੇਹਾਂ ਦਾ ਜੱਗ ਵੈ। ਜਦੋਂ ਦੇਹ ਹੱਥੋਂ ਛੁਟਕ ਗਈ, ਰੇਤ ਵਾਂਗੂ ਸਾਰਾ ਕੁਝ ਕਿਰ ਜਾਣਾ। ਮਹਾਰਾਜ ਕਹਿੰਦੇ ਜਿਵੇਂ ਮੁੱਠੀ ਵਿੱਚੋਂ ਰੇਤ ਕਿਰ ਜਾਂਦੀ ਹੈ ਨਾ, ਇਵੇਂ ਸਾਰਾ ਜਗਤ ਕਿਰ ਜਾਣ ਵਾਲਾ ਹੈ।
ਐਸਾ ਮਹਾਰਾਜ ਜਿਹੜਾ ਜੱਗ ਆਪ ਜੀ ਦੱਸਦੇ ਹੋ ਝੂਠਾ ਏ, ਪਰ ਇਹਨੂੰ ਮੈਂ ਨਾ ਸੱਚਾ ਜਾਣਿਆ। ਆਪ ਦੇ ਉਪਦੇਸ਼ ਨੂੰ ਮੈਂ ਨਹੀਂ ਕਮਾਇਆ। ਆਪ ਜੀ ਦਾ ਉਪਦੇਸ਼ ਮੈਂ ਮਨ ਕਰਕੇ ਨਹੀਂ ਮਹਾਰਾਜ ਧਾਰਨ ਕੀਤਾ। ਸੁਣ ਲਿਆ ਹੈ, ਬੋਲ ਕੇ ਕਥਨ ਕਰ ਲਿਆ ਹੈ, ਪਰ ਮਨ ਕਰਕੇ ਮਹਾਰਾਜ ਮੈਂ ਧਾਰਨ ਨਹੀਂ ਕਰ ਸਕਿਆ। ਜਗ ਝੂਠੇ ਕੋ ਸਾਚ ਜਾਣ ਕੈ, ਝੂਠੇ ਜਗਤ ਨੂੰ ਸੱਚਾ ਜਾਣ ਕਰਕੇ, ਇਹਨਾਂ ਪਦਾਰਥਾਂ ਨੂੰ ਸੱਚਿਆਂ ਜਾਣ ਕਰਕੇ, ਜੋ ਸਾਹਮਣੇ ਮਾਇਆ ਦੀ ਬਹੁਬਲਤਾ ਕਰਕੇ ਦਿਸਦੇ ਐ, ਤਾਸਿਓ ਰੁਚ ਉਪਜਾਈ। ਇਹਨਾਂ ਪਦਾਰਥਾਂ ਦੇ ਨਾਲ ਮੈਂ ਬੜੀ ਆਪਣੀ ਇੱਛਾ ਪੈਦਾ ਕੀਤੀ ਹੈ, ਬਹੁਤ ਇਹਨਾਂ ਨਾਲ ਮੇਰਾ ਪਿਆਰ ਹੈ, ਬੜੀ ਲਗਨ ਹੈ, ਬੜਾ ਨੇਹ ਹੈ। ਜੇ ਕਿਤੇ ਥੋੜਾ ਜਿਹਾ ਪਦਾਰਥ ਨਾਸ਼ ਹੁੰਦਾ ਹੈ ਤੇ ਨਾਲ ਹੀ ਮੇਰੇ ਦਿਲ ਨੂੰ ਕੁਝ ਹੁੰਦਾ ਹੈ। ਮਹਾਰਾਜ ਇਹਨਾਂ ਵਿੱਚ ਮੇਰੀ ਜਾਨ ਅਟਕੀ ਹੋਈ ਹੈ, ਜਿਹੜੇ ਹੈ ਹੀ ਨਾਸ਼ ਹੋ ਜਾਣ ਵਾਲੇ। ਇਹੋ ਜੀ ਮਹਾਰਾਜ ਅਦਮਤਾਈ ਹੈ, ਨੀਚਤਾਈ ਹੈ। ਕਹਿੰਨਾ ਕਿਸੇ ਨੂੰ ਕੁਝ ਹੋਰ ਹੈ, ਬੜਾ ਬੈਰਾਗ ਦਾ ਤਿਆਗ ਦਾ ਉਪਦੇਸ਼ ਦਿੰਨਾ, ਪਰ ਮਹਾਰਾਜ ਅੰਦਰ ਮੇਰੇ ਇਹੋ ਜੀ ਹਾਲਤ ਹੈ ਕਿ ਝੂਠੇ ਜੱਗ ਨੂੰ ਸੱਚਾ ਜਾਣ ਕੇ ਉਹਦੇ ਨਾਲ ਹੀ ਮੈਂ ਪ੍ਰੇਮ ਪਾਇਆ ਹੋਇਆ ਏ। ਦੀਨ ਬੰਦ ਸਿਮਰਿਓ ਨਹੀਂ ਕਬਹੂ, ਕਦੇ ਵੀ ਮਹਾਰਾਜ ਜੋ ਦੀਨਾਂ ਦਾ ਬੰਧੂ ਸੰਬੰਧੀ ਹੈ ਨਾ ਮੇਰਾ ਵਾਹਿਗੁਰੂ, ਉਹਨੂੰ ਨਹੀਂ ਹੈ ਸਤਿਗੁਰੂ ਜੀ ਮੈਂ ਸਿਮਰਨਾ ਕੀਤਾ। ਹੇ ਵਾਹਿਗੁਰੂ, ਆਪ ਦੀਨਾਂ ਦੇ ਸੰਬੰਧੀ ਗਰੀਬਾਂ ਦੇ ਮਾਲਕ ਹੋ, ਮੈਂ ਕਦੀ ਗਰੀਬੀ ਧਾਰਨੀ ਨਹੀਂ ਕੀਤੀ। ਅੰਦਰ ਹਉਮੈ ਛੁੱਟ ਕੇ ਤਾਂ ਗਰੀਬੀ ਆਵੇ ਨਾ ਗੁਣਾਂ ਦਾ ਮਾਣ ਛੁਟਕਦਾ, ਨਾ ਦੇਹ ਦਾ ਅਭਿਮਾਨ ਛੁਟਕਦਾ। ਇਹ ਐਡੇ ਵੱਡੇ ਜਿਹੜੇ ਹਨ, ਇਹ ਸਾਹਮਣੇ ਪਹਾੜ ਵਰਗੀਆਂ ਚੀਜ਼ਾਂ ਖੜੀਆਂ ਨੇ। ਜੇ ਕਿਤੇ ਪ੍ਰੀਤ ਪਾ ਲੈਂਦਾ ਤੇ ਇਹਨਾਂ ਸਾਰਿਆਂ ਤੋਂ ਛੁਟਕ ਜਾਂਦਾ, ਪਰ ਮਹਾਰਾਜ ਮੈਂ ਪ੍ਰੀਤ ਨਹੀਂ ਪਾ ਸਕਿਆ, ਜਿਸ ਕਰਕੇ ਦੇਹ ਦਿਆਸ ਨਹੀਂ ਛੁਟਕਿਆ। ਸੰਸਾਰ ਝੂਠਾ ਨਹੀਂ ਪ੍ਰਤੀਤ ਹੁੰਦਾ। ਮਹਾਰਾਜ ਗਰੀਬੀ ਵੀ ਧਾਰਨ ਨਾ ਕੀਤੀ, ਕਿਉਂਕਿ ਆਪ ਤੇ ਗਰੀਬਾਂ ਦੇ ਸੰਬੰਧੀ ਹੋ। ਦੀਨ ਬੰਦ ਸਿਮਰਿਓ, ਮਹਾਰਾਜ ਕਹਿੰਦੇ ਹਨ, ਦੀਨ ਬੰਦ ਸਿਮਰਿਓ ਨਹੀਂ ਕਬਹੂ। ਕਦੇ ਵੀ ਦੀਨਾਂ ਦੇ ਮਾਲਕ ਗਰੀਬਾਂ ਦੇ ਸੰਬੰਧੀ ਵਾਹਿਗੁਰੂ ਦੇ ਨਾਮ ਨੂੰ ਨਹੀਂ ਸਿਮਰਿਆ, ਮੈਂ ਚੇਤੇ ਨਹੀਂ ਕੀਤਾ, ਨਾ ਗਰੀਬੀ ਧਾਰਨ ਕੀਤੀ ਕਿ ਮੇਰਾ ਵਾਹਿਗੁਰੂ ਬਣ ਜਾਵੇਗਾ। ਗਰੀਬੀ ਧਾਰਨੀ ਨਹੀਂ ਕੀਤੀ, ਨਿਮਰਤਾ ਧਾਰਨੀ ਨਹੀਂ ਕੀਤੀ। ਮਹਾਰਾਜ ਐਸੇ ਵਾਹਿਗੁਰੂ ਨੂੰ ਜੋ ਗਰੀਬਾਂ ਦਾ ਮਾਲਕ ਵੈ ਸੰਬੰਧੀ ਹੈ, ਮੈਂ ਕਦੇ ਨਹੀਂ ਸਿਮਰਿਆ, ਚੇਤੇ ਨਹੀਂ ਕੀਤਾ। ਹੋਤ ਜੋ ਸੰਗ ਸਹਾਈ, ਜੋ ਵਾਹਿਗੁਰੂ ਜੀ ਦਾ ਨਾਮ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਸਹਾਈ ਹੁੰਦਾ ਹੈ, ਹਰ ਥਾਂ ਤੇ ਰੱਖਿਆ ਕਰਦਾ ਹੈ। ਨਾ ਤਾਂ ਸੰਸਾਰ ਵਿੱਚ ਜਿਉਂਦਿਆਂ ਵਾਹਿਗੁਰੂ ਦੇ ਨਾਮ ਨੂੰ ਸਿਮਰਿਆ ਹੈ ਤੇ ਮਰਨ ਤੋਂ ਬਾਅਦ ਫਿਰ ਰੱਖਿਆ ਕਿਵੇਂ ਹੋਣੀ ਸੀਗੀ। ਸੱਚੇ ਪਾਤਸ਼ਾਹ ਮਹਾਰਾਜ ਹੋਤ ਜੋ ਸੰਗ ਸਹਾਈ, ਜੋ ਆਪ ਜੀ ਨੇ ਦੱਸਿਆ ਹੈ ਆਪਣੇ ਉਪਦੇਸ਼ ਦੇ ਅੰਦਰ ਕਿ ਵਾਹਿਗੁਰੂ ਦਾ ਜਪਿਆ ਹੋਇਆ ਨਾਮ ਹੀ ਪਰਲੋਕ ਵਿੱਚ ਰੱਖਿਆ ਕਰਦਾ, ਸਹਾਇਤਾ ਕਰਦਾ ਹੈ। ਜਿਸ ਨਾਮ ਨੇ ਪਰਲੋਕ ਵਿੱਚ ਰੱਖਿਆ ਕਰਨੀ ਸੀ, ਉਹ ਗਰੀਬਾਂ ਦੇ ਸੰਬੰਧੀ ਮਾਲਕ ਵਾਹਿਗੁਰੂ ਦਾ ਮੈਂ ਨਾਮ ਨਹੀਂ ਜਪਿਆ, ਕਬਹੂ ਕਦੇ ਵੀ ਨਹੀਂ ਜਪਿਆ। ਮਨ ਦੀ ਪ੍ਰੀਤ ਲਾ ਕਰਕੇ ਨਹੀਂ ਜਪਿਆ। ਜੇ ਕਿਤੇ ਮਨ ਨੂੰ ਮਨਾ ਹੀ ਲਿਆ, ਬੜਾ ਉਪਦੇਸ਼ ਸੁਣ ਕੇ ਕਿ ਅੱਛਾ ਹੁਣ ਚੱਲ ਜਪਿਆ ਹੀ ਕਰ, ਫਿਰ ਜਦੋਂ ਜਪਣ ਲੱਗਾ ਤੇ ਮਨ ਜਪਦਾ ਹੀ ਨਹੀਂ, ਫੁਰਨੇ ਹੀ ਕਰੀ ਜਾਂਦਾ, ਫੁਰਨੇ ਕਰੀ ਜਾਂਦਾ। ਇਸ ਨੂੰ ਵਸ ਕਰਨਾ ਮਹਾਰਾਜ ਮੇਰੇ ਵਸ ਦੀ ਬਾਤ ਹੀ ਨਹੀਂ ਰਹੀ। ਮੈਂ ਤਾਂ ਬਹੁਤ ਜ਼ਿਆਦਾ ਯਤਨ ਕਰਕੇ ਥੱਕ ਗਿਆ। ਆਪ ਦੇ ਨਾਮ ਨੂੰ ਮਹਾਰਾਜ ਮੈਂ ਪ੍ਰੇਮ ਲਾ ਕਰਕੇ ਨਹੀਂ ਜਪ ਸਕਿਆ, ਅੰਦਰ ਗਰੀਬੀ ਨਹੀਂ ਧਾਰਨ ਕਰ ਸਕਿਆ। ਜਿਹੜਾ ਆਪ ਜੀ ਦਾ ਨਾਮ ਹਰ ਵੇਲੇ ਕੋਲ ਸਹਾਈ ਹੁੰਦਾ ਹੈ, ਸਾਰਿਆਂ ਦੁੱਖਾਂ ਤੋਂ ਔਗੁਣਾਂ ਤੋਂ ਛਡਾਉਣ ਵਾਲਾ, ਐਸੇ ਦੀਨਾਂ ਦੇ ਸੰਬੰਧੀ ਵਾਹਿਗੁਰੂ ਦੇ ਮੈਂ ਨਾਮ ਨੂੰ ਨਹੀਂ ਜਪ ਸਕਿਆ ਹਾਂ। ਮਗਨ ਰਹਿਓ ਮਾਇਆ ਮੈਂ ਨਿਸ ਦਿਨ, ਰਾਤ ਦਿਨ ਮਾਇਆ ਦੇ ਅੰਦਰ ਹੀ ਮਸਤੀ ਮੇਰੇ ਮਨ ਨੇ ਪਕੜੀ ਰੱਖੀ ਹੈ। ਰਾਤ ਦਿਨ ਹੀ ਮਸਤੀ ਵਿੱਚ ਰਿਹਾ, ਨਾ ਦਿਨੇ ਹੋਸ਼ ਆਈ ਹੈ ਨਾ ਰਾਤ ਨੂੰ ਹੋਸ਼ ਆਈ ਹੈ। ਮਗਨ ਰਹਿਓ ਮਾਇਆ ਮੈਂ ਨਿਸ ਦਿਨ, ਰਾਤ ਦਿਨ ਹੀ ਮਨ ਮਾਇਆ ਦੇ ਅੰਦਰ ਹੀ ਮਸਤ ਹੋਇਆ ਹੈ। ਕੋਈ ਮਹਾਰਾਜ ਸੋਝੀ ਨਹੀਂ, ਕਿਸੇ ਪ੍ਰਕਾਰ ਕੋਈ ਗਿਆਨ ਦਾ ਅੰਦਰ ਪ੍ਰਕਾਸ਼ ਦੀ ਥੋੜੀ ਬਤਰ ਵੀ ਸਪਰਸ਼ ਨਹੀਂ ਹੈ। ਬਸ ਕਹਿਣ ਨੂੰ ਕੁਝ ਹੋਰ
ਉੱਤੇ ਕਰਮ ਕੁਝ ਹੋਰ। ਇਹੋ ਜੀ ਹਾਲਤ ਹੈ ਮਹਾਰਾਜ, ਮਗਨ ਰਹਿਓ, ਮਸਤ ਹੋਇਆ ਰਿਹਾ ਹਾਂ ਰਾਤ ਦਿਨ ਮਾਇਆ ਦੇ ਇਸ ਨਸ਼ੇ ਦੇ ਅੰਦਰ। ਛੁੱਟੀ ਨਾ ਮਨ ਕੀ ਕਾਈ। ਜਿਹੜੀ ਮਨ ਦੇ ਉੱਤੇ ਕਾਈ ਮੈਲ ਪਈ ਹੋਈ ਹੈ ਅਵਿਦਿਆ ਦੀ, ਉਹ ਮਹਾਰਾਜ ਛੁੱਟੀ ਨਹੀਂ। ਮਨ ਦੇ ਉੱਤੇ ਇਹੋ ਜਿਹਾ ਪਰਦਾ ਪਿਆ ਹੋਇਆ ਹੈ, ਉਹ ਤਾਂ ਆਪ ਜੀ ਨੇ ਉਪਦੇਸ਼ ਦਿੱਤਾ ਨਾ ਕਿ ਮਨ ਦਾ ਪਰਦਾ ਲੱਥ ਜਾਂਦਾ ਜੇ ਵਾਹਿਗੁਰੂ ਨਾਲ ਮਨ ਦਾ ਪਿਆਰ ਕਰੀਏ, ਪ੍ਰੀਤ ਕਰਕੇ ਉਹਦੀ ਕੀਰਤੀ ਨੂੰ ਗਾਈਏ ਤੇ ਮਨ ਦਾ ਪਰਦਾ ਲੱਥ ਜਾਂਦਾ ਹੈ। ਮਨ ਸੁੱਧ ਸਰੂਪ ਹੈ, ਜਿਹਦੇ ਉੱਤੇ ਅਵਿਦਿਆ ਦੀ ਕਾਈ ਛਾ ਗਈ, ਜਿਵੇਂ ਪਾਣੀ ਦੇ ਉੱਤੇ ਕਾਈ ਛਾ ਜਾਂਦੀ ਹੈ, ਹਰੇ ਰੰਗ ਦਾ ਬੂਰ ਛਾ ਜਾਂਦਾ ਹੈ। ਸੱਚੇ ਪਾਤਸ਼ਾਹ ਇੰਨੀ ਮਨ ਦੇ ਉੱਤੇ ਉਹ ਕਾਈ ਜਿਹੜੀ ਅਵਿਦਿਆ ਦੀ ਮੈਲ ਗਾੜੀ ਹੋ ਕਰਕੇ ਛਾ ਗਈ ਹੈ। ਮਹਾਰਾਜ ਸੱਚੇ ਪਾਤਸ਼ਾਹ ਛੁੱਟੀ ਨਾ ਮਨ ਕੀ ਕਾਈ। ਫਿਰ ਪੜੋ। ਮਗਨ ਰਹਿਓ ਮਾਇਆ ਮੈਂ ਨਿਸ ਦਿਨ, ਛੁੱਟੀ ਨਾ ਮਨ ਕੀ ਕਾਈ। ਮਨ ਦੇ ਉੱਤੇ ਜਿਹੜੀ ਲੱਗੀ ਹੋਈ ਮੈਲ ਹੈ ਅਵਿਦਿਆ ਦੀ, ਉਹ ਮਹਾਰਾਜ ਮੈਂ ਜਿਹੜੀ ਹੈ ਹਟਾ ਨਹੀਂ ਸਕਿਆ, ਉਹ ਛੁਟਕੀ ਨਹੀਂ। ਉਸੇ ਤਰ੍ਹਾਂ ਹੀ ਬਹੁਤ ਗਾੜੀ ਮੈਲ ਹੈ ਮਨ ਦੇ ਸੁੱਧ ਸਰੂਪ ਨੂੰ ਜਿਸ ਨੇ ਟੱਕਿਆ ਹੋਇਆ। ਕਹਿਣ ਤੇ ਕਥਨ ਨੂੰ ਮੈਂ ਸਮਝਦਾ ਹਾਂ, ਪਰ ਮਹਾਰਾਜ ਕਮਾਈ ਨਹੀਂ ਕਰ ਸਕਿਆ, ਪਿਆਰ ਨਹੀਂ ਪਾ ਸਕਿਆ, ਜਿਸ ਕਰਕੇ ਮਾਇਆ ਦੀ ਮਸਤੀ ਮਿੱਥੋਂ ਜਿਹੜੀ ਉਹ ਲੱਥੀ ਨਹੀਂ। ਮਾਇਆ ਦਾ ਨਸ਼ਾ ਰਾਤ ਦਿਨ ਹੀ ਚੜਿਆ ਰਿਹਾ। ਤੇ ਸੱਚੇ ਪਾਤਸ਼ਾਹ ਜੀ ਇਹੋ ਜੀ ਬੁਰੀ ਹਾਲਤ ਹੈ ਕਿ ਮਨ ਦੇ ਉੱਤੇ ਲੱਗੀ ਹੋਈ ਅਵਿਦਿਆ ਦੀ ਮੈਲ, ਇਹ ਪਰਦਾ ਨਹੀਂ ਹਟਿਆ, ਸੁੱਧ ਸਰੂਪ ਮੈਨੂੰ ਨਹੀਂ ਜਿਹੜਾ ਉਹਦਾ ਸਪਰਸ਼ ਮਿਲਿਆ। ਇਹੋ ਜੀ ਬੁਰੀ ਹਾਲਤ ਹੈ। ਕਹਿ ਨਾਨਕ ਅਬ ਨਾਹਿ ਅਨੰਤ ਗਤ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਨੂੰ ਅਰਦਾਸ ਕਰਨ ਦੀ ਜਾਚ ਦੱਸਦੇ ਆ। ਮਹਾਰਾਜ ਮੈਂ ਹੁਣ ਕੀ ਕਰਾਂ, ਇਹੋ ਜੀ ਤੇ ਮੇਰੀ ਬੁਰੀ ਹਾਲਤ ਹੈ। ਹਜੂਰ ਕਹਿੰਦੇ ਨੇ ਅਨੰਤ ਹੋਰ ਕੋਈ ਤੇਰੀ ਗਤ ਮੁਕਤੀ ਦਾ ਜਿਹੜਾ ਨਾ ਉਹ ਕੋਈ ਸਾਧਨ ਨਹੀਂ ਹੈ। ਸੱਚੇ ਪਾਤਸ਼ਾਹ ਮਹਾਰਾਜ ਫਿਰ ਮੈਂ ਕੀ ਕਰਾਂ। ਹਜੂਰ ਫਰਮਾਉਂਦੇ ਆ ਬਿਨ ਹਰ ਕੀ ਸਰਨਾਈ। ਬਿਨਾਂ ਵਾਹਿਗੁਰੂ ਦੀ ਸ਼ਰਨ ਪੈਣ ਤੋਂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਤੇਰੀ ਗਤ ਮੁਕਤੀ ਦਾ ਅੰਤ ਕੋਈ ਹੋਰ ਯਤਨ ਨਹੀਂ। ਇਸ ਕਰਕੇ ਹਜੂਰ ਕਹਿੰਦੇ ਇਉਂ ਕਹੋ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਆ ਕਹੋ ਕਿ ਮਹਾਰਾਜ ਮੈਨੂੰ ਹੋਰ ਕੋਈ ਥਾਂ ਨਹੀਂ, ਹੁਣ ਹੋਰ ਕੋਈ ਚਾਰਾ ਨਹੀਂ ਮੇਰਾ ਮੁਕਤੀ ਦਾ। ਮਹਾਰਾਜ ਬਿਨਾਂ ਆਪ ਦੀ ਸ਼ਰਨ ਤੋਂ ਮੈਨੂੰ ਹੁਣ ਕੌਣ ਬਚਾ ਸਕਦਾ ਹੈ। ਮਹਾਰਾਜ ਮੈਂ ਇੰਨਾ ਨੀਚ ਹਾਂ, ਇੰਨਾ ਅਦਮ ਹਾਂ, ਆਪ ਦੇ ਮਹਾਰਾਜ ਹੁਣ ਸ਼ਰਨ ਵਿੱਚ ਆ ਗਿਆ। ਕਿਰਪਾ ਕਰਕੇ ਮਹਾਰਾਜ ਮੈਨੂੰ ਮੁਕਤ ਕਰੋ। ਮਹਾਰਾਜ ਮੇਰੇ ਅੰਦਰ ਜਿਹੜੀਆਂ ਇਹ ਝੂਠੀਆਂ ਲਾਲਸਾਵਾਂ ਵਿਕਾਰਾਂ ਦੀਆਂ ਲੱਗੀਆਂ ਹੋਈਆਂ, ਇਹ ਖਿੱਚ ਲੱਗੀ ਹੋਈ ਹੈ ਮਨ ਤੇ, ਜਿਹੜਾ ਪਰਦਾ ਪਿਆ ਹੋਇਆ ਭਰਮ ਦਾ, ਇਹ ਸੱਚੇ ਪਾਤਸ਼ਾਹ ਕਿਰਪਾ ਕਰਕੇ ਦੂਰ ਕਰਕੇ ਮੈਨੂੰ ਮੁਕਤ ਕਰੋ। ਗਰੀਬ ਨਵਾਜ ਕਿਰਪਾ ਕਰਕੇ ਇਹਨਾਂ ਤੋਂ ਆਜ਼ਾਦ ਕਰ ਦਿਓ। ਬਿਨਾਂ ਆਪ ਦੀ ਸ਼ਰਨ ਤੋਂ ਹੁਣ ਮੇਰੇ ਕੋਲ ਕੋਈ ਚਾਰਾ ਨਹੀਂ, ਮੈਂ ਆਪ ਦੀ ਸ਼ਰਨ ਪੈ ਗਿਆ, ਮੇਰੀ ਲਾਜ ਰੱਖ ਲਓ। ਇਹ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਬੇਨਤੀ ਕਰਨ ਦੀ ਹਜੂਰ ਨੇ ਜਾਚ ਦੱਸੀ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨ, ਮਹਾਰਾਜ ਜੀ ਦਾ ਅੰਮ੍ਰਿਤ ਉਪਦੇਸ਼ ਹਿਰਦੇ 'ਚ ਵਸੇ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਨ ਦੇ ਅਸਲ ਸਰੂਪ ਦੀ ਹਾਲਤ ਬਾਹਰ ਕੱਢ ਕੇ ਮਹਾਰਾਜ ਦਿਖਾਉਂਦੇ ਹੈ, ਕਿਉਂਕਿ ਪੂਰੇ ਗੁਰੂ ਜੀ ਤੋਂ ਬਿਨਾਂ ਇਹ ਮਨ ਦੀਆਂ ਗਹਿਰਾਈਆਂ ਜੋ ਸੰਸਾਰ ਦੇ ਅੰਦਰ ਜੀਵ ਹੋਰ ਚਿਹਰਾ ਲੈ ਕਰਕੇ ਵਿਚਰਦਾ ਹੈ, ਭੁਲੇਖੇ ਦਾ ਸ਼ਿਕਾਰ ਹੋਇਆ ਹੀ ਆਪਣਾ ਜੀਵਨ ਲੰਘਾ ਦਿੰਦਾ ਹੈ। ਗੁਰਮੁਖ ਜਾਣ ਜਾਂਦੇ ਹੈ ਕਿ ਮਨ ਦੇ ਅੰਦਰ ਕਿੰਨੀ ਅਦਮਤਾਈ ਹੈ, ਕਿੰਨੀ ਨੀਚਤਾਈ ਹੈ, ਜਿਹਨੂੰ ਇਹ ਦਿਸ ਪੈਂਦੀ ਹੈ ਗੁਰੂ ਕਿਰਪਾ ਨਾਲ। ਕਿਉਂਕਿ ਮਸਤੀ ਵਾਲੇ ਮਨ ਨੂੰ ਪਤਾ ਨਹੀਂ ਨਾ ਕਿ ਮੈਂ ਨਸ਼ੇ ਵਿੱਚ ਹਾਂ। ਜਿਹਨੂੰ ਇੰਨਾ ਮਹਾਰਾਜ ਸੋਝੀ ਦੇ ਦਿੰਦੇ ਹੈ, ਉਹਦੇ ਦਿਲ ਤੋਂ ਹੀ ਇਹ ਅਰਦਾਸ ਨਿਕਲਦੀ ਹੈ, ਮਹਾਰਾਜ ਇਹ ਨਸ਼ਾ ਮਾਇਆ ਦਾ ਹਟਾ ਦਿਓ। ਸੱਚੇ ਪਾਤਸ਼ਾਹ ਜਿਹੜਾ ਭਰਮ ਪਿਆ ਹੋਇਆ ਹੈ, ਅਵਿਦਿਆ ਦੀ ਮੈਲ ਮਨ ਤੇ ਲੱਗੀ ਹੋਈ ਹੈ, ਇਹ ਕਿਰਪਾ ਕਰਕੇ ਹਟਾ ਦਿਓ। ਮਨ ਕਰਕੇ ਆਪ ਦੀ ਕੀਰਤੀ ਗਾ ਸਕਾਂ, ਸੱਚਾ ਪਿਆਰ ਆਪ ਜੀ ਨਾਲ ਲੱਗ ਜਾਵੇ। ਮਹਾਰਾਜ ਮੇਰਾ ਜੀਵਨ ਵੀ ਰਸਮਈ ਬਣ ਜਾਵੇ। ਬਹੁਤ ਬੁਰੀ ਹਾਲਤ ਹੈ,
ਬਿਨਾਂ ਆਪ ਦੀ ਸ਼ਰਨ ਤੋਂ ਹੁਣ ਕੋਈ ਚਾਰਾ ਨਹੀਂ ਮਹਾਰਾਜ ਸੱਚੇ ਪਾਤਸ਼ਾਹ। ਮੈਂ ਆਪ ਦੀ ਸ਼ਰਨ ਪੈ ਗਿਆ ਹਾਂ, ਸ਼ਰਨ ਪਏ ਦੀ ਲਾਜ ਰੱਖ ਲਓ। ਹੋਰ ਕੋਈ ਮਹਾਰਾਜ ਗਤ ਹਾਲਤ ਨਹੀਂ ਹੈ ਮੇਰੇ ਗਤ ਮੁਕਤ ਹੋਣ ਦੀ। ਆਪ ਕਿਰਪਾ ਕਰਕੇ ਮੈਨੂੰ ਮੁਕਤ ਕਰੋ ਇਹਨਾਂ ਔਗਣਾਂ ਤੋਂ। ਆਪਣਾ ਚਰਨਾਂ ਦਾ ਪਿਆਰ ਲਾ ਕੇ ਮੇਰਾ ਜੀਵਨ ਸਫਲ ਕਰ ਦਿਓ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਨੂੰ ਬੇਨਤੀ ਕਰਨ ਦੀ ਜਾਚ ਦੱਸੀ ਹੈ। ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਮਗਨ ਰਹਿਓ ਮਾਇਆ ਮੈਂ ਨਿਸ ਦਿਨ, ਛੁੱਟੀ ਨਾ ਮਨ ਕੀ ਕਾਈ। ਕਹਿ ਨਾਨਕ ਅਬ ਨਾਹੇ ਅਨੰਤ ਗਤ, ਬਿਨ ਹਰ ਕੀ ਸਰਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਗੁਰੂ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਗੁਰੂ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਗੁਰੂ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਕਰਨਉ ਨਿਧ ਆਵੈ ਧਾਏ, ਕਰਨਉ ਨਿਧ ਆਵੈ ਧਾਏ। ਘਰ ਨਾਉ ਨਿਧ ਆਵੈ ਧਾਏ, ਘਰ ਨਾਉ ਨਿਧ ਆਵੈ ਧਾਏ। ਘਰ ਨਉ ਨਿਧ ਆਵੈ ਧਾਏ, ਘਰ ਨਉ ਨਿਧ ਆਵੈ ਧਾਏ। ਘਰ ਨਾਉ ਨਿਧ ਆਵੈ ਧਾਏ, ਘਰ ਨਾਉ ਨਿਧ ਆਵੈ ਧਾਏ। ਸਭ ਥਾਈਂ ਹੋਏ ਸਹਾਏ, ਸਭ ਥਾਈਂ ਹੋਏ ਸਹਾਏ। 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।